हाँ जी। मारू वार महला पंजवा। एक ओंकार सत गुर प्रसाद। दखणे महला पंजवा। तू चौ सजन मैंडिया कई शिष उतार। नैन महिंजे तरस दे कद पसी दीदार। हाँ जी, ਜਿਹੜੀਆਂ ਪੌੜੀਆਂ ਇਸ ਵਾਰ ਦੀਆਂ ਆਪਾਂ ਨੂੰ 23 ਮਿਲਣਗੀਆਂ, ਉਹ ਜਿੱਦਾਂ ਬਾਕੀ ਬਾਣੀ ਲਿਖੀ ਗਈ ਸਾਧ ਪਾਖਾ ਦੇ ਰਾਹੀਂ, ਇਸੇ ਤਰ੍ਹਾਂ ਹੀ ਇਹ ਪੌੜੀਆਂ ਬਾਕੀ ਬਾਣੀ ਵਾਂਗੂ ਹੀ ਆਪਾਂ ਨੂੰ ਮਿਲਣਗੀਆਂ। ਲੇਕਿਨ ਜਿਹੜੇ ਇਹਨਾਂ ਪੌੜੀਆਂ ਦੇ ਨਾਲ ਸ਼ਲੋਕ ਦਰਜ ਹੋਏ ਨੇ, ਇਹਨਾਂ ਸ਼ਲੋਕਾਂ ਦੀ ਜਿਹੜੀ ਦਿੱਖ ਹੈ ਉਹ ਆਮ ਪਾਠ ਨਾਲੋਂ ਸ਼ਬਦਾਂ ਦੀ ਜਿਹੜੀ ਲਿਖਣ ਸ਼ੈਲੀ ਜਾਂ ਪੜ੍ਹਨ ਸ਼ੈਲੀ ਹੈ, ਸਾਡੀ ਉਚਾਰਨ ਸ਼ੈਲੀ, ਉਹ ਵੱਖਰੀ ਹੈ। ਤਾਂ ਇਹ ਸ਼ਲੋਕ ਜੇ ਅਸੀਂ ਇੱਥੋਂ ਬਹਿ ਕੇ ਕਹੀਏ ਤਾਂ ਪੰਜਾਬ ਦੇ ਵਿੱਚੋਂ ਅਸੀਂ ਗੱਲ ਕਰੀਏ ਤਾਂ ਇਹ ਲਹਿੰਦੀ ਬੋਲੀ ਦੇ ਆ। ਇਹਨਾਂ ਨੂੰ ਕਿਹਾ ਜਾਂਦਾ ਪੰਜਾਬੀ ਦੀ ਲਹਿੰਦੀ ਬੋਲੀ। ਤਾਂ ਲਹਿੰਦੀ ਬੋਲੀ ਜਿਵੇਂ ਇੱਥੇ ਲਿਖਿਆ ਦੱਖਣੇ, ਦੱਖਣੇ ਦਾ ਮਤਲਬ ਹੈ ਦੱਖਣ ਵਾਲੇ। ਤਾਂ ਦੱਖਣ ਵਾਲੇ ਦਾ ਭਾਵ ਹੈ ਜਿਹੜਾ ਇੱਥੋਂ ਮੁਲਤਾਨ ਵਾਲਾ ਹਿੱਸਾ ਸੀਗਾ। ਤਾਂ ਜਿਹੜਾ ਮੁਲਤਾਨ ਦਾ ਏਰੀਆ ਆ, ਉਹਨਾਂ ਹਿੱਸਿਆਂ ਦੇ ਅੰਦਰ ਇਹ ਪੰਜਾਬੀ ਇਸ ਤਰ੍ਹਾਂ ਬੋਲੀ ਜਾਂਦੀ ਸੀ। ਤਾਂ ਇਹ ਪੰਜਾਬੀ ਦਾ ਇੱਕ ਰੂਪ ਜਿਹੜਾ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਇਸੇ ਸਾਡੇ ਜਿੱਥੇ ਅਸੀਂ ਰਹਿੰਦੇ ਹਾਂ, ਇਸ ਪੰਜਾਬ ਦੇ ਵਿੱਚ, ਭਾਰਤ ਵਾਲੇ ਇਸ ਪੰਜਾਬ ਦੇ ਵਿੱਚ, ਇੱਥੇ ਵੀ ਪੰਜਾਬੀ ਦੇ ਵੱਖਰੇ ਵੱਖਰੇ ਰੂਪ, ਵੱਖਰੀਆਂ ਵੰਨਗੀਆਂ ਜਿਹੜੀਆਂ ਪੰਜਾਬੀ ਦੀਆਂ ਉਹ ਸਾਨੂੰ ਮਿਲਦੀਆਂ। ਔਰ ਇਸੇ ਤਰ੍ਹਾਂ ਹੀ ਜਿਹੜਾ ਪੱਛਮੀ ਪੰਜਾਬ ਹੈ, ਜਿਹੜਾ ਪਾਕਿਸਤਾਨ ਦੇ ਵਿੱਚ ਹੈ, ਉਸ ਪੰਜਾਬ ਦੇ ਵਿੱਚ ਵੀ ਪੰਜਾਬੀ ਦੇ ਇਸੇ ਤਰ੍ਹਾਂ ਵੱਖਰੇ ਵੱਖਰੇ ਰੂਪ, ਵੱਖਰੀਆਂ ਵੰਨਗੀਆਂ ਜਿਹੜੀਆਂ ਉਹ ਮਿਲਦੀਆਂ। ਇਹਨਾਂ ਨੂੰ ਕਿਹਾ ਜਾਂਦਾ ਪੰਜਾਬੀ ਦੀਆਂ ਉਪ ਬੋਲੀਆਂ, ਜਿਹੜੇ ਹੋਰ ਵੱਖਰੇ ਰੂਪ ਨੇ। ਤਾਂ ਇਹ ਉਹਨਾਂ ਵਿੱਚੋਂ ਇੱਕ ਹੈ। ਕੱਲ੍ਹ ਵੀ ਆਪਾਂ ਸਾਂਝਾ ਕੀਤਾ ਸੀਗਾ ਕਿ ਕੁਝ ਅੱਖਰ ਜਿਹੜੇ ਕੁਝ ਸਾਡੇ ਸਾਂਝੇ ਹੋਣਗੇ, ਜਿਹੜੇ ਸਾਰੀ ਪੰਜਾਬੀ ਦੇ ਵਿੱਚ ਇੱਕੋ ਜਿਹੇ ਚੱਲਦੇ ਆ, ਔਰ ਕੁਝ ਅੱਖਰ ਜਿਹੜੇ ਨੇ ਉਹ ਉਹਨਾਂ ਦੇ ਉਚਾਰਨ ਵੱਖਰੇ ਰਹਿਣਗੇ। ਜਿਵੇਂ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਅਸੀਂ ਦੁੱਖ ਬੋਲਦੇ ਹਾਂ, ਦੱਦੇ ਨਾਲ ਲਿਖਦੇ ਹਾਂ, ਦੱਦੇ ਨਾਲ ਹੀ ਬੋਲਦੇ ਹਾਂ ਦੁੱਖ, ਪਰ ਉਹ ਦੁੱਖ ਨਹੀਂ ਬੋਲਦੇ, ਉਹ ਡੱਡੇ ਨਾਲ ਕਹਿਣਗੇ ਦੁੱਖ। ਆਪਾਂ ਬੋਲਦੇ ਹਾਂ ਇੱਕ, ਉਹ ਬੋਲਦੇ ਨੇ ਹਿੱਕ। ਆਪਾਂ ਬੋਲਦੇ ਹਾਂ ਸਭ, ਉਹ ਬੋਲਦੇ ਨੇ ਹਬ। ਉਹ ਸੱਸੇ ਦਾ ਉਚਾਰਨ ਨਹੀਂ ਕਰਦੇ, ਉਹ ਬੋਲਦੇ ਨੇ ਹਬ। ਫਿਰ ਆਪਾਂ ਬੋਲਦੇ ਹਾਂ ਮੇਰਾ, ਤੇਰਾ, ਉਹ ਬੋਲਦੇ ਨੇ ਮੈਂਡਾ, ਤੈਂਡਾ। ਤਾਂ ਇੱਦਾਂ ਦੇ ਬਹੁਤ ਸਾਰੇ ਸ਼ਬਦ ਜਿਹੜੇ ਸਾਡੇ ਜਿਹੜੇ ਆਮ ਬੋਲ ਚਾਲ ਵਿੱਚ ਸਾਡੇ ਕਈ ਵਾਰੀ ਨਹੀਂ ਹੈਗੇ, ਤਾਂ ਉਹ ਲੋਕ ਇੱਦਾਂ ਬੋਲ ਰਹੇ ਨੇ, ਉਹ ਪੜ੍ਹ ਰਹੇ ਨੇ, ਉਹ ਸੁਣ ਰਹੇ ਨੇ। ਹਾਂਜੀ। ਮਹਿਲਾ ਪੰਜਵਾ। एक ओंकार सत गुर प्रसाद। ਅੱਛਾ ਜੀ, ਉਹਦੇ 'ਚ ਹਾਂਜੀ ਹਾਂ, ਉਹਦੇ 'ਚ ਨਾ ਕੀ ਹੈ ਜੀ, ਜਿਹੜੀਆਂ ਜਿਵੇਂ ਤੁਹਾਡੇ ਕੋਲ ਪੋਥੀਆਂ ਨੇ, ਇਹਦੇ ਵਿੱਚ ਜਿਹੜਾ ਪਾਠ ਸਾਡੇ ਕੋਲ ਵੀ ਇੱਥੇ ਮੇਰੇ ਕੋਲ ਆ ਪਈ ਪੋਥੀ ਇਸ ਪਾਸੇ, ਇੱਥੇ ਲਿਖਿਆ ਹੋਇਆ ਮਾਰੂ ਵਾਰ ਮਹਿਲਾ ਪੰਜਵਾਂ, ਫਿਰ ਲਿਖਿਆ ਦੱਖਣੇ ਮਹਿਲਾ ਪੰਜਵਾਂ, ਫਿਰ ਲਿਖਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੇਰੇ ਕੋਲ ਦਰਪਣ ਪੋਥੀ ਹੈ, ਇੱਧਰ ਭਾਈ ਸਾਹਿਬ ਕੋਲ ਵੀ ਦਰਪਣ ਪੋਥੀ ਹੈ। ਇੱਥੇ ਪਾਠ ਜਿਹੜਾ ਮੇਰੇ ਕੋਲ ਹੈ ਉਹਦੇ 'ਚ ਆ ਰਿਹਾ ਮਾਰੂ ਵਾਰ ਮਹਿਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਦੱਖਣੇ ਮਹਿਲਾ ਪੰਜਵਾਂ। ਜੇ ਤੁਸੀਂ ਥੋੜ੍ਹਾ ਜਿਹਾ ਧਿਆਨ ਦਿਓਗੇ ਤਾਂ ਆਪਾਂ 18ਵੀਂ ਵਾਰ ਪੜ੍ਹਨ ਲੱਗੇ ਹਾਂ, ਸੌਖਿਆਂ ਸਮਝ ਵਿੱਚ ਆ ਜਾਏਗਾ ਫਰਕ ਕੀ ਹੈ।
ਇੱਥੇ ਵੇਖੋ ਤੁਹਾਡੇ ਕੋਲ ਪਾਠ ਹੈ ਮਾਰੂ ਵਾਰ ਮਹਿਲਾ ਪੰਜਵਾਂ, ਅੱਗੇ ਫਿਰ ਆ ਰਿਹਾ ਦੱਖਣੇ ਮਹਿਲਾ ਪੰਜਵਾਂ, ਫਿਰ ਆ ਰਿਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰ ਜਿਹੜਾ ਅੱਗੇ ਸ਼ਲੋਕ ਆ ਰਿਹਾ ਤੂੰ ਚੌ ਸੱਜਣ ਮੈਂਡਿਆ ਡੇਈ ਸਿਸ ਉਤਾਰ, ਉੱਥੇ ਕਿਹੜਾ ਮਹਿਲਾ ਲਿਖਿਆ ਹੋਇਆ? ਜਦ ਕਿ ਵਾਰ ਦੇ ਪੌੜੀ ਦੇ ਪਹਿਲੀ ਪੌੜੀ ਦੇ ਸ਼ਲੋਕ ਨਾਲ ਜਿਹੜਾ ਪਹਿਲਾ ਸ਼ਲੋਕ ਆਉਂਦਾ ਉਹਦੇ ਨਾਲ ਮਹਿਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਇਤਿਆਦਿਕ ਨਾਲ ਸ਼ੁਰੂ ਹੁੰਦਾ। ਸੋ ਇਹ ਫਰਕ ਕੀ ਪੈ ਰਿਹਾ ਪ੍ਰਿੰਟਿੰਗ ਦੇ ਅੰਦਰ, ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਠੀਕ ਕੀਤਾ ਆ, ਉਹ ਇਹ ਫਰਕ ਇਹ ਪੈ ਰਿਹਾ ਕਿ ਇੱਥੇ ਠੀਕ ਇਸ ਤਰ੍ਹਾਂ ਹੀ ਆਉਣਾ ਚਾਹੀਦਾ, ਮਾਰੂ ਵਾਰ ਮਹਿਲਾ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਤੇ ਜਿਹੜਾ ਅਗਲਾ ਸਰਲੇਖ ਹੈ ਨਾ ਦੱਖਣੇ ਮਹਿਲਾ ਪੰਜਵਾਂ, ਉਹ ਥੱਲੇ ਆਉਣਾ ਚਾਹੀਦਾ। ਉਹ ਸ਼ਲੋਕ ਦੇ ਨਾਲ ਆਏਗਾ ਜਿੱਥੇ ਲਿਖਿਆ ਹੋਇਆ ਤੂੰ ਚੌ ਸੱਜਣ ਮੈਂਡਿਆ ਡੇਈ ਸਿਸ ਉਤਾਰ। ਤੋ ਇਹ ਇਦਾਂ ਕਹਿ ਲਓ ਕਿ ਲਗਾਤਾਰ ਇਸ ਗਲਤੀ ਦੇ ਨਾਲ ਸ਼ਬਦ ਆ ਰਿਹਾ। ਆਪ ਜੀ ਨੇ ਸੁਖਮਣੀ ਦੇ ਪਾਠ ਦੇ ਅੰਦਰ ਵੀ ਗੁਟਕਿਆਂ ਵਿੱਚ ਤਾਂ ਸਹੀ ਹੈ, ਲੇਕਿਨ ਜਦੋਂ ਸ਼ਬਦਾਰਥ ਪੋਥੀ ਵਿੱਚ ਦੇਖਦੇ ਹਾਂ ਤਾਂ ਉੱਥੇ ਵੀ ਇਹ ਕਹਿ ਲਓ ਕਿ ਇੱਕ ਮਿਸਟੇਕ ਆ ਰਹੀ ਹੈ, ਥੋੜ੍ਹੀ ਜਿਹੀ ਭੁੱਲ ਆ ਰਹੀ ਹੈ। ਤਾਂ ਉੱਥੇ ਵੀ ਪਾਠ ਜਿਹੜਾ ਉਹ ਇਸ ਤਰੀਕੇ ਨਾਲ ਹੀ ਆ ਰਿਹਾ। ਤੇ ਜਦੋਂ ਅਸੀਂ ਉੱਥੇ ਵੇਖਦੇ ਹਾਂ ਤਾਂ ਉਹ ਜਿਹੜਾ ਸ਼ਲੋਕ ਹੈ ਉਹ ਆਦ ਗੁਰੈ ਨਮః ਪਾਠ ਹੋਏਗਾ। ਸ਼ਲੋਕ ਆਦ ਗੁਰੈ ਨਮః, ਜੁਗਾਦ ਗੁਰੈ ਨਮঃ, ਸਤਿਗੁਰੈ ਨਮঃ, ਸ੍ਰੀ ਗੁਰਦੇਵੈ ਨਮঃ। ਤਾਂ ਉਹ ਸ਼ਲੋਕ ਉੱਥੇ ਆਏਗਾ, ਪਰ ਲਿਖਿਆ ਕਿੱਥੇ ਹੋਇਆ? ਉਹ ਉੱਪਰ ਲਿਖਿਆ ਹੋਇਆ। ਉੱਥੇ ਆ ਰਿਹਾ ਗੌੜੀ ਸੁਖਮਣੀ ਮਹਿਲਾ ਪੰਜਵਾਂ, ਸ਼ਲੋਕ ਇੱਕ ਓੰਕਾਰ ਸਤ ਗੁਰ ਪ੍ਰਸਾਦ। ਤਾਂ ਉਹ ਸ਼ਲੋਕ ਹੁਣ ਉੱਥੇ ਉੱਪਰਲੇ ਸਰਲੇਖ ਵਿੱਚ ਨਹੀਂ ਆਏਗਾ, ਉਹ ਇੱਕ ਓੰਕਾਰ ਤੋਂ ਬਾਅਦ ਜਿੱਥੋਂ ਸ਼ਲੋਕ ਸ਼ੁਰੂ ਹੋ ਰਿਹਾ ਉੱਥੇ ਆਉਣਾ ਚਾਹੀਦਾ। ਤਾਂ ਇਹ ਕਿਤੇ ਨਾ ਕਿਤੇ ਥੋੜਾ ਬਹੁਤਾ ਪੋਥੀਆਂ ਦੇ ਅੰਦਰ ਪ੍ਰਿੰਟਿੰਗ ਦੇ ਦੌਰਾਨ ਜਾਂ ਅਣਗਹਿਲੀ ਦੇ ਕਾਰਨ ਇਦਾਂ ਪਾਠ ਸਾਨੂੰ ਮਿਲਦਾ। ਸੋ ਇੱਕ ਵਾਰੀ ਫਿਰ ਅਸੀਂ ਇਸ ਪਾਠ ਨੂੰ ਆਪ ਜੀ ਦੇ ਸਾਹਮਣੇ ਦਰੁਸਤ ਕਰਕੇ ਪੜ੍ਹਦੇ ਹਾਂ। ਆਪ ਜੀ ਨੇ ਧਿਆਨ ਦੇ ਲੈਣਾ ਜੀ। ਜਿਹੜਾ ਇਹ 22 ਵਾਰਾਂ ਦੇ ਅੰਦਰ ਆ ਰਿਹਾ ਇਹ ਦੱਖਣੇ ਮਹਿਲਾ ਪੰਜਵਾਂ ਇੱਕ ਓੰਕਾਰ ਤੋਂ ਬਾਅਦ ਆਉਣਾ ਚਾਹੀਦਾ ਔਰ ਬਾਅਦ ਹੀ ਪੜ੍ਹਨਾ ਚਾਹੀਦਾ। ਹਾਂਜੀ, ਇੱਕ ਵਾਰੀ ਦੁਬਾਰਾ। ਮਾਰੂ ਵਾਰ ਮਹਲਾ ਪੰਜਵਾਂ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਦੱਖਣੇ ਮਹਲਾ ਪੰਜਵਾਂ, ਤੂੰ ਚੌ ਸੱਜਣ ਮੈਂਡਿਆ ਦੇਈ ਸਿਸ ਉਤਾਰ। ਨੈਣ ਮਹਿੰਦੇ ਤਰਸਦੇ ਕਾਦ ਪਸਤੀ ਦੀਦਾਰ। ਮਹਲਾ ਪੰਜਵਾਂ, ਨੀ ਭਿੰਜਾ ਤਉ ਨਾਲ ਵਿਆਹ ਨੇ ਕੁੜਾਵੇ ਟੇਕ। ਕੱਪੜ ਭੋਗ ਡਰਾਵਣੇ ਜਿਚਰ ਪਿਰੀ ਨਾ ਟੇਕ। ਮਹਲਾ ਪੰਜਵਾਂ, ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰ। ਕਾਜਲ ਹਾਰ ਤਬੋਲ ਰਸ ਬਿਨ ਪਸੇ ਹਾਵ ਰਸ ਛਾਰ। ਔੜੀ ਤੂੰ ਸੱਚਾ ਸਾਹਿਬ ਸੱਚ, ਸੱਚ ਸਭ ਧਾਰਿਆ। ਗੁਰਮੁਖ ਕੀਤੋ ਠਾਠ ਸਿਰਜ ਸੰਸਾਰਿਆ। ਹਰ ਆਗਿਆ ਦੇ ਵੇਦ, ਹਰ ਆਗਿਆ ਹੋਏ ਵੇਦ। ਹਰ ਆਗਿਆ ਹੋਏ ਵੇਦ। ਪਾਪ ਪੁੰਨ ਵਿਚਾਰਿਆ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ। ਨਵ ਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ। ਵੇਖੀ ਜੰਤ ਉਪਾਏ ਅੰਤਰ ਕਲ ਧਾਰਿਆ। ਤੇਰਾ ਅੰਤ ਨ ਜਾਣੈ ਕੋਏ ਸੱਚ ਸਿਰਜਣ ਹਾਰਿਆ। ਤੂੰ ਜਾਣੈ ਸਭ ਵਿਦ ਆਪ ਗੁਰਮੁਖ ਨਿਸਤਾਰਿਆ। ਦੱਖਣੇ ਮਹਲਾ ਪੰਜਵਾਂ, ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਨਾ ਵਿਛੋੜ। ਜਿਉ ਮਹਿਆ ਹਉ ਮੋਹਿਆ ਕਾਦ ਪਸੀ ਜਾਨੀ ਤੋਹੇ। ਹਾਂਜੀ, ਇਹ ਪਾਠ ਸਾਡੇ ਕੋਲ ਆ ਰਿਹਾ ਜੀ ਦੱਖਣੇ ਮਹਿਲਾ ਪੰਜਵਾਂ। ਦੱਖਣੇ ਮਹਿਲਾ ਪੰਜਵਾਂ ਦਾ ਪਾਠ ਜਿਵੇਂ ਆਪਾਂ ਪਹਿਲਾਂ ਵਾਰਾਂ ਦੇ ਅੰਦਰ ਕੀਤਾ,
ਦੱਖਣੇ ਮਹਿਲਾ ਪੰਜਵਾਂ ਦਾ ਮਤਲਬ ਵੀ ਜਿਵੇਂ ਅਸੀਂ ਪੜ੍ਹਦੇ ਆ ਰਹੇ ਹਾਂ, ਸ਼ਲੋਕ ਮਹਿਲਾ ਪਹਿਲਾ, ਸ਼ਲੋਕ ਮਹਿਲਾ ਦੂਜਾ, ਸ਼ਲੋਕ ਮਹਿਲਾ ਤੀਜਾ, ਸ਼ਲੋਕ ਮਹਿਲਾ ਚੌਥਾ, ਸ਼ਲੋਕ ਮਹਿਲਾ ਪੰਜਵਾਂ। ਪਰ ਕਿਉਂਕਿ ਬੋਲੀ ਉਹ ਵਰਤੀ ਜਾ ਰਹੀ ਹੈ, ਇਸ ਕਰਕੇ ਉਹ ਨਾਲ ਹੀ ਪਛਾਣ ਜਿਹੜੀ ਉਹ ਦਿੱਤੀ ਜਾ ਰਹੀ ਹੈ। ਦੱਖਣੇ ਮਹਿਲਾ ਪੰਜਵਾਂ, ਦੱਖਣੀ ਬੋਲੀ ਦੇ ਅੰਦਰ ਉਚਾਰਿਆ ਹੋਇਆ ਸ਼ਲੋਕ ਸਤਿਗੁਰੂ ਜੀ ਦਾ। ਹਾਂਜੀ। ਮਹਿਲਾ ਪੰਜਵਾਂ। ਦੁਰਜਨ ਤੂੰ ਜਲ ਪਹਾੜੀ, ਵਿਛੋੜੇ ਮਰ ਜਾਹੇ। ਮਰ ਜਾ। ਵਿਛੋੜੇ ਮਰ ਜਾ। ਕੰਤਾ ਤੂੰ ਸੋ ਸਿਜੜੀ, ਮੈਂਡਾ ਹੋ ਦੁਖ ਬੁਲਾਹੇ। ਕੰਤਾ ਕੰਤਾ ਤੂੰ ਸੌ ਸੇਜੜੀ, ਤੂੰ ਸੌ ਸਿਜੜੀ, ਮੈਂਡਾ ਹੋ ਦੁਖ ਬੁਲਾ। ਮਹਿਲਾ ਪੰਜਵਾਂ। ਦੁਰਜਨ ਦੂਜਾ ਭਾਉ ਕਰ। ਦੁਰਜਨ ਦੂਜਾ ਭਾਉ ਹੈ, ਵਿਛੋੜਾ ਹਉਮੈ ਰੋਗ। ਸੱਜਣ ਸੱਚਾ ਪਾਤਸ਼ਾਹ, ਜਿਸ ਮਿਲ ਕੀਚੈ ਭੋਗ। ਹਾਂਜੀ, ਸਤਿਗੁਰੂ ਜੀ ਦਾ ਢੰਗ ਤਰੀਕਾ ਦੇਖੋ ਕਿੰਨਾ ਕਮਾਲ ਦਾ ਹੈ। ਮਹਾਰਾਜ ਜੀ ਨੇ 2 ਨੰਬਰ ਸ਼ਲੋਕ ਵਿੱਚ ਉਚਾਰਨ ਕਰਦਿਆਂ ਆਖਿਆ, ਦੁਰਜਨ ਤੂੰ ਜਲ ਪਹਾੜੀ, ਹੇ ਦੁਰਜਨ ਤੂੰ ਅੱਗ ਵਿੱਚ ਸੜ ਜਾ। ਵਿਛੋੜੇ ਮਰ ਜਾ, ਹੇ ਵਿਛੋੜੇ ਤੂੰ ਮਰ ਜਾ। ਫਿਰ ਕਹਿੰਦੇ ਨੇ ਕੰਤਾ ਤੂੰ ਸੌ ਸੇਜੜੀ, ਹੇ ਕੰਤ ਤੂੰ ਸੇਜ ਉੱਤੇ ਸੌ। ਮੈਂਡਾ ਹੱਬੋ ਦੁੱਖ ਉਲਾ, ਮੇਰਾ ਸਾਰਾ ਦੁੱਖ ਲਾ ਦੇ, ਖਤਮ ਕਰ ਦੇ। ਫਿਰ ਅਗਲੇ ਸ਼ਲੋਕ ਵਿੱਚ ਉਹਦੀ ਵਿਆਖਿਆ ਦਿੰਦੇ ਆ। ਉੱਤੇ ਹੁਣ ਕਿਹਾ ਦੁਰਜਨ ਤੂੰ ਜਲ ਪਹਾੜੀ, ਵਿਛੋੜੇ ਤੂੰ ਮਰ ਜਾ, ਵਿਛੋੜੇ ਮਰ ਜਾ। ਪਰ ਉਹ ਸਪਸ਼ਟ ਨਹੀਂ ਹੋਇਆ। ਫਿਰ ਅਗਲੇ ਸ਼ਲੋਕ 'ਚ ਨਾਲ ਵਿਆਖਿਆ ਦੇ ਕੇ ਕਹਿੰਦੇ ਨੇ, ਦੁਰਜਨ ਦੂਜਾ ਭਾਉ ਹੈ। ਦੁਰਜਨ ਕੀ ਆ? ਦੂਜਾ ਭਾਉ। ਦੂਜਾ ਭਾਉ ਦੁਰਜਨ ਹੈ। ਫਿਰ ਕਹਿੰਦੇ ਨੇ ਵਿਛੋੜਾ ਕੀ ਆ? ਹਉਮੈ ਰੋਗ। ਫਿਰ ਨਾਲ ਕਹਿੰਦੇ ਨੇ ਜਿਵੇਂ ਉੱਤੇ ਕਿਹਾ ਕੰਤਾ ਤੂੰ ਸੌ ਸੇਜੜੀ, ਕਹਿੰਦੇ ਨੇ ਸੱਜਣ ਸੱਚਾ ਪਾਤਸ਼ਾਹ। ਕੰਤ ਕੌਣ ਹੈ? ਸੱਜਣ ਸੱਚਾ ਪਾਤਸ਼ਾਹ। ਜਿਸ ਮਿਲ ਕੀਚੈ ਭੋਗ। ਤੋ ਕਈ ਵਾਰ ਸਾਡੇ ਵੀਰ ਭੈਣਾਂ ਆਪ ਇਦਾਂ ਦੀ ਵਿਚਾਰ ਵਿੱਚ ਦੇਖੇ ਜਾਂਦੇ ਆ ਕਿ ਜੇ ਮਹਾਰਾਜ ਨੇ ਅਰਥ ਕਰਨੇ ਹੁੰਦੇ ਤੇ ਮਹਾਰਾਜ ਆਪ ਹੀ ਕਰ ਜਾਂਦੇ। ਤੋ ਜੇ ਅਸੀਂ ਧਿਆਨ ਨਾਲ ਪੜ੍ਹੀਏ ਤਾਂ ਅਸੀਂ ਪਿਛਲੇ ਸ਼ਲੋਕਾਂ 'ਚ ਵੀ ਬਹੁਤ ਵਾਰੀ, ਪਿਛਲੀਆਂ ਵਾਰਾਂ 'ਚ ਵੀ ਦੇਖਿਆ। ਆ ਦੇਖੋ ਹੁਣ ਤੁਹਾਡੇ ਸਾਹਮਣੇ ਇੱਕ ਸ਼ਲੋਕ ਦੇ ਅੰਦਰ ਮਹਾਰਾਜ ਨੇ ਪਾਠ ਉਚਾਰਨ ਕੀਤਾ। ਅਗਲੇ ਸ਼ਲੋਕ ਦੇ ਅੰਦਰ ਮੈਂ ਕਹਿੰਦਾ ਵੀ ਸਮਝ ਲਓ ਕਿ ਮਹਾਰਾਜ ਨੇ ਅਰਥ ਆਪ ਹੀ ਕਰ ਦਿੱਤੇ ਆ। ਇਹ ਤੋਂ ਵੱਧ ਹੋਰ ਸਪਸ਼ਟਤਾ ਕੀ ਹੋ ਸਕਦੀ ਆ? ਜੇ ਹੁਣ ਉੱਤੇ ਇਕੱਲਾ ਲਿਖਿਆ ਸੀ ਦੁਰਜਨ ਤੂੰ ਜਲ ਪਹਾੜੀ, ਹੇ ਦੁਰਜਨ ਤੂੰ ਅੱਗ ਵਿੱਚ ਸੜ ਜਾ, ਤਾਂ ਜੇ ਅਗਲਾ ਪਾਠ ਸਾਡੇ ਕੋਲ ਨਾ ਹੋਵੇ ਤੇ ਅਸੀਂ ਤੇ ਉਲਝਦੇ ਰਵਾਂਗੇ ਨਾ। ਦੁਰਜਨ ਕੌਣ ਹੈ? ਤੂੰ ਦੁਰਜਨ ਹੈ, ਤੂੰ ਆ ਨਹੀਂ ਕੀਤਾ, ਤੂੰ ਇੱਧਰ ਨੂੰ ਮੂੰਹ ਕੀਤਾ ਸੀ, ਤੂੰ ਇੱਧਰ ਨਹੀਂ ਕੀਤਾ, ਇੱਧਰ ਆ ਕਰ ਲਿਆ, ਆ ਕਰ ਲਿਆ। ਅਸੀਂ ਇੱਕ ਦੂਜੇ ਨੂੰ ਦੁਰਜਨ ਕਹਿੰਦੇ ਰਵਾਂਗੇ। ਔਰ ਮਹਾਰਾਜ ਨੇ ਕਿੰਨੀ ਪਰਉਪਕਾਰ ਦੀ ਗੱਲ ਕੀਤੀ ਕਿ ਜੇ ਉਤਲਾ ਸ਼ਲੋਕ ਰਚਿਆ ਉਹਦੇ ਨਾਲ ਅਰਥ ਵਿਆਖਿਆ ਅਗਲੇ ਸ਼ਲੋਕ 'ਚ ਆਪ ਹੀ ਐਡ ਕਰ ਦਿੱਤੀ। ਤੋ ਇਹ ਇੱਕ ਥਾਂ ਨਹੀਂ ਹੈ, ਇਹ ਇੱਕ ਥਾਂ ਤੇ ਨਹੀਂ। ਮਹਾਰਾਜ ਨੇ ਬਾਣੀ ਦੇ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਇਸ ਤਰੀਕੇ ਨੂੰ ਅਪਣਾਇਆ। ਜੇ ਇੱਕ ਸ਼ਬਦ ਆਪ ਜੀ ਨੇ ਕਈ ਵਾਰ ਦਰਸ਼ਨ ਕੀਤਾ ਹੋਵੇਗਾ ਕਬੀਰ ਸਾਹਿਬ ਜੀ ਦਾ। ਕਬੀਰ ਸਾਹਿਬ ਜੀ ਆਖਦੇ ਨੇ ਕਿ ਜਦੋਂ ਪੰਡਤ ਨੂੰ ਸੰਬੋਧਨ ਕਰਦੇ ਆ, ਉਹ ਕਹਿੰਦੇ ਨੇ ਪੰਡਿਤ ਮੁੱਲਾਂ ਜੋ ਲਿਖ ਦਿਆ, ਛਾੜ ਚੱਲੇ ਹਮ ਕਛੂ ਨਾ ਲਿਆ। ਫਿਰ ਉਸੇ ਸ਼ਬਦ ਵਿੱਚ ਜਾ ਕੇ ਕਹਿੰਦੇ ਨੇ ਪੰਡਿਤ ਮੁੱਲਾਂ ਛਾੜੇ ਦੋ, ਹਮਰਾ ਝਗੜਾ ਰਹਾ ਨਾ ਕੋ। ਹੁਣ ਜਦੋਂ ਕਹਿੰਦੇ ਨੇ ਪੰਡਿਤ ਮੁੱਲਾਂ ਜੋ ਲਿਖ ਦਿਆ, ਛਾੜ ਚੱਲੇ ਹਮ ਕਛੂ ਨਾ ਲਿਆ, ਹੁਣ ਇੰਨੀ ਗੱਲ ਤਾਂ ਕਬੀਰ ਸਾਹਿਬ ਕਰ ਗਏ।
ਪਰ ਹੁਣ ਪੰਡਿਤ ਨੇ, ਮੁੱਲਾਂ ਨੇ ਲਿਖਿਆ ਕੀ ਆ, ਕੀ ਛੱਡਿਆ ਕੀ ਆ। ਫਿਰ ਜਦੋਂ ਗੁਰੂ ਅਰਜਨ ਸਾਹਿਬ ਸੰਪਾਦਨਾ ਤੇ ਆਉਂਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸ ਸ਼ਬਦ ਦੇ, ਇਸ ਭਾਵ ਦੇ ਅਰਥ ਆਪ, ਉਹਦੀ ਵਿਆਖਿਆ ਫਿਰ ਆਪ ਦਿੰਦੇ ਨੇ ਤੇ ਕਹਿੰਦੇ ਨੇ, ਵਰਤ ਨ ਰਹੋ ਨ ਮਹ ਰਮਦਾਨਾ ਤਿਸ ਸੇਵੀ ਜੋ ਰੱਖੈ ਨਿਦਾਨਾ। ਤਾਂ ਮਹਾਰਾਜ ਨੇ ਆਪ ਫਿਰ ਉਹਦੀ ਵਿਆਖਿਆ ਦਿੱਤੀ। ਭਗਤ ਧੰਨਾ ਜੀ ਨੇ ਆਪਣੇ ਸ਼ਬਦਾਂ ਦੇ ਅੰਦਰ ਅਖੀਰ ਤੇ ਆ ਕੇ ਇੰਨੀ ਇੱਕ ਤੁਕ ਲਿਖੀ, ਧੰਨੇ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ। ਧੰਨੇ ਨੇ ਧਰਣੀ ਧਰ ਸੰਤ ਜਨਾਂ ਨਾਲ ਮਿਲ ਕੇ ਪਾਇਆ। ਹੁਣ ਸੰਤਾਂ ਦੀਆਂ ਤਾਂ ਲਾਈਨਾਂ ਲੱਗ ਜਾਣਗੀਆਂ, ਜਿਨ੍ਹਾਂ ਨੂੰ ਧੰਨਾ ਜੀ ਸਨਮਾਨ ਦੇਣਗੇ ਵੀ ਮੈਂ ਤਾਂ ਸੰਤਾਂ ਨਾਲ ਮਿਲ ਕੇ ਪਾਇਆ, ਸੰਤ ਤਾਂ ਢੇਰ ਲੱਗ ਜਾਣਗੇ। ਔਰ ਇਸ ਇੱਕ ਨੁਕਤੇ ਦੀ ਵਿਆਖਿਆ ਫਿਰ ਗੁਰੂ ਅਰਜਨ ਸਾਹਿਬ ਆਪਣੇ ਸ਼ਬਦ 'ਚ ਕਰਦੇ ਆ ਤੇ ਉਹ ਕਹਿੰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਮ ਕੋ ਛੀਪਰੋ ਹੋਇਓ ਲਾਖੀਣਾ। ਬਾਬਾ ਫਰੀਦ ਸਾਹਿਬ ਨੇ ਇੱਕ ਸ਼ਲੋਕ ਉਚਾਰਨ ਕੀਤਾ, ਆਪਾਂ ਪਿਛਲੇ ਦਿਨੀ ਦਰਸ਼ਨ ਕੀਤੇ, ਮੈਂ ਤੁਹਾਨੂੰ ਯਾਦ ਵੀ ਕਰਵਾਇਆ ਸੀ। ਉਹਨਾਂ ਨੇ ਸ਼ਲੋਕ ਉਚਾਰਨ ਕੀਤਾ ਕਿ ਜਿਹੜੇ ਤਨ ਰੱਬ ਨਾਲ ਰੱਤੇ ਹੁੰਦੇ ਆ, ਉਹਨਾਂ 'ਚ ਰੱਤ ਨਹੀਂ ਹੁੰਦਾ। ਗੁਰੂ ਅਮਰਦਾਸ ਕਹਿਣ ਲੱਗੇ, ਬਾਬਾ ਫਰੀਦ ਸਾਹਿਬ ਬਿਲਕੁਲ ਠੀਕ, ਜੋ ਤੁਸੀਂ ਕਿਹਾ ਸਿਰ ਮੱਥੇ ਪ੍ਰਵਾਨ, ਬਿਲਕੁਲ ਸੱਚ, ਨਿਰੋਲ ਸੱਚ। ਪਰ ਜਿਨ੍ਹਾਂ ਨੇ ਅੱਗੋਂ ਪੜ੍ਹਨਾ ਨਾ, ਇਹ ਭੁਲੇਖਿਆਂ 'ਚ ਪੈਣਗੇ। ਔਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਸ਼ਲੋਕ ਉੱਥੇ ਨਾਲ ਐਡ ਕਰਾਇਆ। ਮਹਾਰਾਜ ਨੇ ਸ਼ਲੋਕ ਉਚਾਰਨ ਕੀਤਾ, ਆਖਣ ਲੱਗੇ, ਭਈ ਤਨ ਤੋਂ ਬਿਨਾਂ ਤਾਂ ਰੱਤ ਤੋਂ ਬਿਨਾਂ ਤਾਂ ਤਨ ਕੋਈ ਹੁੰਦਾ ਹੀ ਨਹੀਂ, ਖੂਨ ਤੋਂ ਬਿਨਾਂ ਤਾਂ ਕੋਈ ਤਨ ਨਹੀਂ ਹੁੰਦਾ, ਪਰ ਜੋ ਸ਼ਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਤਾਂ ਮੈਂ ਬੇਨਤੀ ਕਰ ਰਿਹਾ ਸਾਂ ਕਿ ਇੱਕ ਥਾਂ ਤੇ ਨਹੀਂ, ਭੈਣਾਂ ਬੈਠੀਆਂ, ਸ਼ਬੀਰ ਬੈਠੇ ਹੋ, ਜੇ ਅਸੀਂ ਸਾਰਾ ਪਾਠ ਨਹੀਂ ਵੀ ਨਾ ਸੁਣਦੇ ਤੇ ਬਾਬਾ ਫਰੀਦ ਸਾਹਿਬ ਦੇ, ਕਬੀਰ ਸਾਹਿਬ ਦੇ ਸ਼ਲੋਕ ਤਾਂ ਆਪਾਂ ਬੜੇ ਰੀਝ ਨਾਲ ਸੁਣ ਲੈਂਦੇ ਆ। ਜਦੋਂ ਘਰੇ ਪਾਠ ਹੋ ਰਿਹਾ ਹੋਵੇ, ਭਾਈ ਸਾਹਿਬ ਪਾਠ ਕਰ ਰਹੇ ਹੋਣ ਜਾਂ ਆਪਾਂ ਸਹਿਜ ਪਾਠ ਕਰਦੇ, ਬਾਬਾ ਫਰੀਦ ਸਾਹਿਬ ਦੇ, ਕਬੀਰ ਸਾਹਿਬ ਦੇ ਸ਼ਲੋਕ ਤਾਂ ਆਪਾਂ ਸੁਣਦੇ ਆ। ਔਰ ਤੁਸੀਂ ਦੇਖੋਗੇ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੇ ਅੰਦਰ, ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਅੰਦਰ ਕਿੰਨੇ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਜਾਂ ਬਾਕੀ ਗੁਰੂ ਸਾਹਿਬਾਨ ਦੇ ਲੱਗੇ ਹੋਏ ਆਪਾਂ ਨੂੰ ਮਿਲਦੇ ਆ। ਤਾਂ ਉਹ ਕਿਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਮਹਾਰਾਜ ਨੇ ਬਹੁਤ ਸਾਰੇ ਨੁਕਤਿਆਂ ਦੀ ਵਿਆਖਿਆ ਆਪ ਖੁਦ ਕੀਤੀ। ਗੌੜੀ ਰਾਗ ਦਾ ਇੱਕ ਸ਼ਬਦ ਕਬੀਰ ਸਾਹਿਬ ਦਾ ਹੋਰ ਵੇਖੋ। ਕਬੀਰ ਸਾਹਿਬ ਜੀ ਨੇ ਜਦੋਂ ਸ਼ਬਦ ਉਚਾਰਨ ਕੀਤਾ ਤੇ ਕਬੀਰ ਸਾਹਿਬ ਨੇ ਸ਼ਬਦ ਇੰਨਾ ਹੀ ਉਚਾਰਨ ਕੀਤਾ, ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲਿਆ ਬਿਰੋਲੇ ਨੀਰ, ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹੀਂਗੈ ਮਰੈ, ਮਾਤਾ ਪੈਂਸਾ ਅਮੁਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੁੰਗੈ ਨਿਤ ਪੇੜ। ਜਦੋਂ ਗੁਰੂ ਅਰਜਨ ਸਾਹਿਬ ਸੰਪਾਦਨਾ ਤੇ ਬੈਠੇ, ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਕਬੀਰ ਸਾਹਿਬ ਬਿਲਕੁਲ ਠੀਕ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ। ਬਾਬਾ ਫਰੀਦ ਸਾਹਿਬ ਜਿਨ੍ਹਾਂ ਨੇ ਅੱਗੋਂ ਪੜ੍ਹਨਾ ਹੈ ਨਾ, ਉਹਨਾਂ ਨੂੰ ਵੀ ਇਹ ਖੇਡ ਸਪਸ਼ਟ ਹੋਣੀ ਚਾਹੀਦੀ ਆ। ਖੇਡ ਇਹ ਸਪਸ਼ਟ ਹੋਈ ਕਿਵੇਂ? ਕਹੋ ਕਬੀਰ ਪ੍ਰਗਟ ਪਈ ਖੇਡ। ਇਹ ਖੇਡ ਪ੍ਰਗਟ ਕਿੱਦਾਂ ਹੋਈ? ਇਹ ਖੇਡ ਪਤਾ ਕਿੱਦਾਂ ਲੱਗੀ? ਉਹਦੇ 'ਚ ਤੁਸੀਂ ਸਰਲੇਖ ਵੇਖੋਗੇ, ਉੱਥੇ ਲਿਖਿਆ ਹੋਇਆ ਗੌੜੀ ਕਬੀਰ ਜੀ ਨਾਲ ਰਲਾਏ ਲਿਖਿਆ ਮਹਿਲਾ ਪੰਜਵਾਂ, ਤੇ ਇਹ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੇ ਨਿਤ ਭੇਡ ਦੇ ਅਖੀਰਲੀਆਂ ਦੋ ਲਾਈਨਾਂ ਗੁਰੂ ਅਰਜਨ ਸਾਹਿਬ ਨੇ ਆਪਣੀਆਂ ਦਰਜ ਕੀਤੀਆਂ। ਆਖਣ ਲੱਗੇ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਕਬੀਰ ਇਹ ਕਹਿ, ਗੁਰੂ ਨੇ ਸੋਝੀ ਦਿੱਤੀ। ਤੇ ਜਿਹੜੀ ਗੱਲ ਮੈਂ ਕਹਿ ਰਿਹਾ ਸਾਂ ਕਿ ਕਈ ਵਾਰ ਸਾਡੇ ਵੀਰ ਭੈਣਾਂ ਕਹਿੰਦੇ ਜੇ ਅਰਥ ਕਰਨੇ ਹੁੰਦੇ ਤੇ ਮਹਾਰਾਜ ਆਪ ਹੀ ਕਰ ਜਾਂਦੇ। ਮੈਂ ਕਹਿੰਦਾ ਕੀਤੇ ਤੇ ਹੋਏ ਆ, ਇਹ ਤੋਂ ਵੱਧ ਹੋਰ ਅਰਥ ਕੀ ਹੋਣੇ ਆ? ਇਹ ਤੇ ਮਹਾਰਾਜ ਦੀ ਆਪਣੀ ਮਿਹਰ, ਆਪਣੀ ਬਖਸ਼ਿਸ਼। ਇਹ ਵੀ ਸਾਡੇ ਤੇ ਪਰਉਪਕਾਰ ਮਹਾਰਾਜ ਨੇ ਆਪ ਹੀ ਕੀਤਾ ਕਿ ਬਹੁਤ ਸਾਰੇ ਨੁਕਤੇ ਸੀ, ਉਹਨਾਂ ਦੀ ਵਿਆਖਿਆ ਮਹਾਰਾਜ ਆਪ ਦੇ ਗਏ ਔਰ ਸਾਨੂੰ ਰਾਹ ਦੱਸ ਗਏ। ਜਿਹੜੇ ਨੁਕਤੇ ਦੀ ਸਮਝ ਨਾ ਲੱਗੇ, ਇਦਾਂ ਸ਼ਬਦਾਂ ਦੇ ਵਿੱਚੋਂ ਤੁਸੀਂ ਲੱਭਿਓ। ਇਹਨਾਂ ਦੀ ਵਿਆਖਿਆ ਸ਼ਬਦਾਂ ਦੇ ਵਿੱਚ ਹੀ ਪਈ, ਤੁਹਾਨੂੰ ਬਾਹਰ ਭੱਜਣ ਦੀ ਲੋੜ ਨਹੀਂ। ਗੁਰਬਾਣੀ ਦੀ ਵਿਆਖਿਆ ਕਰਨ ਲਈ ਤੁਹਾਨੂੰ ਵੇਦਾਂ ਦੀ ਲੋੜ ਨਹੀਂ ਪੈਂਦੀ।
ਗੁਰਬਾਣੀ ਦੀ ਵਿਆਖਿਆ ਕਰਨ ਲਈ ਤੁਹਾਨੂੰ ਇਧਰੋਂ ਉਧਰੋਂ ਹੋਰ ਗ੍ਰੰਥਾਂ ਦੀ ਲੋੜ ਨਹੀਂ ਪਏਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਹੈ ਔਰ ਆਪਣੀ ਵਿਆਖਿਆ ਬਾਣੀ ਖੁਦ ਆਪ ਕਰਦੀ ਆ। ਤੋ ਬਾਣੀ ਦੀ ਵਿਆਖਿਆ ਬਾਣੀ ਨਾਲ ਹੀ ਕੀਤੀ ਜਾਏ ਤੇ ਸਾਡਾ ਰਾਹ ਸੁਖਾਲਾ ਆ। ਜੇ ਬਾਣੀ ਦੀ ਵਿਆਖਿਆ ਅਸੀਂ ਕਿਸੇ ਹੋਰ ਥਾਂ ਤੋਂ ਜਾ ਕੇ ਕਰਾਂਗੇ ਤਾਂ ਉਹਦੇ ਨਾਲ ਸਾਡੇ ਲਈ ਦਿੱਕਤਾਂ ਪੈਦਾ ਹੋਣਗੀਆਂ। ਸੋ ਮਹਾਰਾਜ ਨੇ ਬਹੁਤ ਪਰਉਪਕਾਰ ਕੀਤਾ ਸੀ। ਪਹਿਲੇ ਸ਼ਲੋਕ 'ਚ ਵੇਖਿਆ ਦੁਰਜਨ ਦੀ ਗੱਲ ਆਈ, ਵਿਛੋੜੇ ਦੀ ਗੱਲ ਆਈ, ਕੰਤ ਦੀ ਗੱਲ ਆਈ, ਤੇ ਅਗਲੇ ਸ਼ਲੋਕ ਅੰਦਰ ਮਹਾਰਾਜ ਨੇ ਕੰਤ, ਦੁਰਜਨ ਤੇ ਵਿਛੋੜਾ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਜੀ। ਪੌੜੀ ਤੂੰ ਅਗੰਮ ਦਇਆਲ ਬੇਅੰਤ, ਤੇਰੀ ਕੀਮਤ ਕਹੈ ਕੌਣ। ਤੁਧ ਸਿਰਜਿਆ ਸਭ ਸੰਸਾਰ, ਤੂੰ ਨਾਇਕ ਸਗਲ ਭਉਣ। ਤੇਰੀ ਕੁਦਰਤ ਕੋਈ ਨਾ ਜਾਣੈ, ਮੇਰੇ ਠਾਕੁਰ ਸਗਲ ਰੌਣ। ਤੁਧ ਅੱਪੜ ਕੋਈ ਨਾ ਸਕੈ, ਤੂੰ ਅਵਿਨਾਸ਼ੀ ਜਗ ਉਧਾਰਣ। ਤੁਧ ਥਾਪੇ ਚਾਰੇ ਜੁਗ, ਤੂੰ ਕਰਤਾ ਸਗਲ ਧਰਣ। ਤੁਧ ਆਵਣ ਜਾਣਾ ਕੀਆ, ਤੁਧ ਲੇਪ ਨ ਲਾਗੈ ਤ੍ਰਿਣ। ਲੇਪ ਨਾ ਲੱਗੇ, ਤੁਧ ਲੇਪ ਨ ਲੱਗੈ ਤ੍ਰਿਣ। ਜਿਸ ਹੋਵੈ ਆਪ ਦਇਆਲ, ਤਿਸ ਲਾਵੈ ਸਤਿਗੁਰ ਚਰਨ। ਤੂੰ ਘੋਰਤ ਉਪਾਏ ਨਾ ਲੱਭਹੀ, ਅਵਿਨਾਸ਼ੀ ਸ੍ਰਿਸ਼ਟ ਕਰਨ। ਦੱਖਣੇ ਮਹਲਾ ਪੰਜਵਾਂ। ਜੇ ਤੂੰ ਵਰਤੈ ਅੰਗਣੇ, ਹਬ ਧਰਤ ਸੁਹਾਵੀ ਹੋਏ। ਇਕਸ ਕੰਤੈ ਬਾਹਰੀ, ਮੈਂਡੀ ਬਾਤ ਨਾ ਪੁੱਛੈ ਕੋਏ। ਮਹਿਲਾ ਪੰਜਵਾਂ। ਹੱਬੇ ਢੋਲ ਸੁਹਾਵਣੇ, ਸ਼ਹ ਬੈਠਾ ਅੰਗਣ ਮਲ। ਪਹੀ ਨਾ ਵੰਜੈ ਬਿਰਥੜਾ, ਜੋ ਘਰ ਆਵੇ ਚੱਲ। ਅੰਗਣ, ਅੰਗਣ ਸ਼ਬਦ ਆ ਰਿਹਾ ਜੀ, ਦੋਵਾਂ ਸ਼ਲੋਕਾਂ 'ਚ ਆਇਆ ਹੈ। ਅੰਗਣੇ, ਦੂਜੇ 'ਚ ਆਇਆ ਅੰਗਣ। ਅੰਗਣ ਦਾ ਅਰਥ ਹੈ ਵਿਹੜਾ। ਅੰਗਣ ਦਾ ਅਰਥ ਹੈ ਵਿਹੜਾ, ਹਿਰਦੇ ਦਾ ਵਿਹੜਾ। ਪਹਿਲੇ ਸ਼ਲੋਕ 'ਚ ਕਹਿੰਦੇ ਨੇ ਜੇ ਤੂੰ ਵੱਤੈ ਅੰਗਣੇ, ਗੰਗੇ ਨਾਲ ਹੈ ਅੰਗਣੇ। ਜੇ ਤੂੰ ਮੇਰੇ ਹਿਰਦੇ ਦੇ ਵਿਹੜੇ ਵਿੱਚ ਵੱਤੈ, ਤੁਰੇ ਫਿਰੇ, ਵਰਤੇ। ਹੱਬ ਧਰਤ ਸੁਹਾਵੀ ਹੋਏ, ਤੇ ਮੇਰੀ ਹਿਰਦੇ ਦੀ ਸਾਰੀ ਧਰਤੀ ਸੋਹਣੀ ਹੋ ਜਾਏ। ਹਿੱਕ ਸਕੰਤ ਹੈ ਬਾਹਰੀ, ਜੇ ਮੈਂ ਤੇਰੇ ਤੋਂ ਬਾਹਰ ਹੋ ਜਾਵਾਂ, ਜੇ ਮੈਂ ਤੇਰੇ ਨਾਲੋਂ ਟੁੱਟ ਜਾਵਾਂ, ਮੈਂਡੀ ਬਾਤ ਨਾ ਪੁੱਛੈ ਕੋਈ। ਮੈਨੂੰ ਕੌਣ ਜਾਣਦਾ ਫਿਰ? ਜੇ ਮੇਰੀ ਪੁੱਛ ਪ੍ਰਤੀਤ ਹੈ, ਮੇਰੀ ਸ਼ੋਭਾ ਆ, ਮੇਰੀ ਵਡਿਆਈ ਆ, ਤਾਂ ਸਿਰਫ ਮਾਲਕ ਤੇਰੇ ਕਰਕੇ ਆ। ਤਾਂ ਤੇਰੇ ਤੋਂ ਬਿਨਾ ਮੈਨੂੰ ਕੌਣ ਪੁੱਛਦਾ, ਤੇਰੇ ਤੋਂ ਬਿਨਾ ਮੈਨੂੰ ਕੌਣ ਜਾਣਦਾ, ਤੇਰੇ ਤੋਂ ਬਿਨਾ ਇੱਥੇ ਮੇਰੀ ਕੀ ਪਾਇਆ। ਹਾਂਜੀ। ਮਹਿਲਾ ਪੰਜਵਾਂ। ਸੇਜ ਵਿਛਾਈ ਕੰਤ ਕੋ, ਕੀਆ ਹਬ ਸ਼ਿੰਗਾਰ। ਇਤੀ ਮੰਝ ਨਾ ਸਮਾਵਈ, ਜੇ ਗਲ ਪਹਿਰਾ ਹਾਰ। ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ, ਜੋਨ ਨਾ ਆਵਹੀ। ਤੂੰ ਹੁਕਮੀ ਸਾਜੈ ਸ੍ਰਿਸ਼ਟ, ਸਾਜ ਸਮਾਵਹੀ। ਤੇਰਾ ਰੂਪ ਨ ਜਾਈ ਲਖਿਆ, ਕਿਉ ਤੁਝੈ ਧਿਆਵਹੀ। ਤੂੰ ਸਭ ਮੈਂ ਵਰਤੈ ਆਪ, ਕੁਦਰਤ ਦੇਖਾਵਹੀ। ਤੇਰੀ ਭਗਤ ਭਰੇ ਭੰਡਾਰ, ਤੋਟ ਨਾ ਆਵਹੀ। हे रतन जवेहर लाल, ईम ना पावनी। जिस होवै आप दयाल, तिस सतगुर सेवा लाभनी। तिस कदे न आवे तोट, जो हर गुण गावनी। दखणे महला पंजवा। ਜਾਂ ਮੂੰਹ ਪਸੀ ਹੱਠ ਮੈਂ, ਪੀਰੀ ਮਨਿੰਜੈ ਨਾਲ। ਅੱਬੇ ਦੁਖ ਬੁਲਾਹਿਅਮ, ਨਾਨਕ ਨਦਰ ਨਿਹਾਲ। ਮਹਲਾ ਪੰਜਵਾ। ਹਾਂਜੀ, ਆਪਾਂ ਪਾਠ ਵੇਖ ਰਹੇ ਹਾਂ। ਜਾਂ ਮੂੰਹ ਪੱਸੀ ਹੱਠ ਮੈਂ, ਪੱਸੀ ਮੈਂ ਵੇਖਦਾ ਹਾਂ,
ਹੱਠ ਹਿਰਦਾ ਮਹਿੰਜੈ ਮੇਰੇ ਹੱਬੇ ਸਾਰੇ ਦੁੱਖ ਦੁੱਖ ਉਲਾਹਿਅਮ ਲਾ ਦਿੱਤੇ। ਤੋ ਇਹ ਜੇ ਥੋੜਾ ਜਿਹਾ ਧਿਆਨ ਦਈਏ ਤਾਂ ਸਾਨੂੰ ਇਹਦੇ ਚੋਂ ਪਾਠ ਦਾ ਰਸ ਵੀ ਆਏਗਾ, ਸਵਾਦ ਵੀ ਆਏਗਾ ਔਰ ਅਰਥ ਵੀ ਨਾਲ ਨਾਲ ਸਾਨੂੰ ਸਮਝ ਲੱਗਣਗੇ। ਔਰ ਕੋਸ਼ਿਸ਼ ਕਰਨੀ ਚਾਹੀਦੀ ਕਿ ਜੇ ਅਸੀਂ ਥੋੜਾ ਥੋੜਾ ਵੀ ਦੇਖਣਾ ਸ਼ੁਰੂ ਕਰਾਂਗੇ ਤਾਂ ਸਾਨੂੰ ਇਹ ਪਾਠ ਹੋਰ ਸਵਾਦਲਾ ਸੋਹਣਾ ਸਮਝ ਵਿੱਚ ਆਏਗਾ ਜੀ। ਮਹਿਲਾ ਪੰਜਵਾਂ। ਨਾਨਕ ਬੈਠਾ ਪੱਖੇ ਵਾਓ, ਲੰਮੇ ਸੇਵੈ ਦਰ ਖੜਾ, ਕਿਰਿਏ ਤੂੰ ਜਾਣ ਮਹਿੰਜ ਸਾਓ। ਤੂੰ ਜਾਣ ਮਹਿੰਜਾ ਸਾਓ, ਕੰਨਾ ਲੱਗਣਾ ਮਹਿੰਜਾ। ਕਿਰਿਏ ਤੂੰ ਜਾਣ ਮਹਿੰਜਾ ਸਾਓ, ਜਿਉਈ ਸਾਈਂ ਮੋਹ ਖੜਾ। ਮਹਿਲਾ ਪੰਜਵਾਂ। ਕਿਆ ਗਾ ਲਾਇਓ ਪੂਛ, ਪਰ ਵੇਲਾ ਜੋ ਹੈ ਕੰਤ ਤੂੰ। ਨਾਨਕ ਫੁੱਲਾਂ ਸੰਧੀ ਵਾੜ, ਖਿੜਿਆ ਆਪ ਸੰਸਾਰ ਜਿਉ। ਪੌੜੀ ਸੁਗਾੜ ਸੁਜਾਨ ਸਰੂਪ ਤੂੰ, ਸਭ ਮੈਂ ਵਰਤੰਤਾ। ਤੂੰ ਆਪੇ ਠਾਕੁਰ ਸੇਵਕੋ, ਆਪੇ ਪੂਜੰਤਾ। ਦਾਨਾ ਬੀਨਾ ਆਪ ਤੂੰ, ਆਪੇ ਸਤਵੰਤਾ। ਜਤੀ ਸਤੀ ਪ੍ਰਭ ਨਿਰਮਲਾ, ਮੇਰੇ ਹਰ ਭਗਵੰਤਾ। ਸਭ ਬ੍ਰਹਮ ਪਸਾਰ ਪਸਾਰਿਓ, ਆਪੇ ਖੇਲੰਤਾ। ਇਹ ਆਵਾ ਗਵਣ ਰਚਾਇਓ, ਕਰ ਜੋਜ ਦਿਖੰਤਾ। ਤਿਸ ਬਹੁੜ ਗਰਭ ਨਾ ਪਾਵਹੀ, ਜਿਸ ਦੇਵੈ ਗੁਰ ਮੰਤਾ। ਜਿਉ ਆਪ ਚਲਾਵੈ ਤਿਉ ਚੱਲਦੇ, ਕਿਛ ਵਾਸ ਨਾ ਜਨਤਾ। ਰਖਣੇ ਮਹਿਲਾ ਪੰਜਵਾਂ। ਕੁਰੀਏ ਕੁਰੀਏ ਵਹਿੰਦਿਆ, ਵਹਿੰਦਿਆ ਕੁਰੀਏ ਕੁਰੀਏ ਵਹਿੰਦਿਆ। ਨਾ ਐੜੇ ਦੇ ਕੰਨੇ ਤੇ ਨਹੀਂ, ਵਾਵੇ ਦੀਆਂ ਦੁਲਾਵਾਂ ਨਾਲ। ਕੁਰੀਏ ਕੁਰੀਏ ਵਹਿੰਦਿਆ, ਤਾਲ ਗਾੜਾ ਮਹਿਰੀਰ। ਵੇਖੇ ਛਿਟੜ ਥੀਮ ਦੋ, ਜਾਮ ਕਿਸੰਦੋ ਕੇਰ। ਹਾਂ, ਕੁਰੀਏ ਕੁਰੀਏ ਭਾਵ ਕੰਡੇ ਕੰਡੇ ਵਹਿੰਦਿਆ। ਆਪਾਂ ਕਹਿੰਦੇ ਆ ਜਾਣ ਵਾਲਾ, ਤੁਰਿਆ ਜਾਂਦਾ। ਉਹ ਤੁਰੇ ਜਾਣ ਵਾਲੇ ਨੂੰ ਕਹਿੰਦੇ ਆ ਵਹਿੰਦਾ, ਵਹਿੰਦਿਆ। ਕੰਡੇ ਕੰਡੇ ਤੁਰਿਆ ਜਾਣ ਵਾਲਿਆ। ਤਾਲ ਗਾੜਾ ਮਹਰੇਰ, ਤਾਲ ਥੱਲੇ, ਗਾੜਾ ਗੂੜਾ ਭਾਰਾ, ਮਹਰੇਰ ਚਿੱਕੜ, ਥੱਲੇ ਬੜਾ ਭਾਰਾ ਚਿੱਕੜਿਆ। ਕੰਡੇ ਕੰਡੇ ਤੁਰਿਆ ਜਾਣ ਵਾਲਿਆ, ਥੱਲੇ ਬੜਾ ਭਾਰਾ ਚਿੱਕੜਿਆ। ਵੇਖੇਂ, ਧਿਆਨ ਰੱਖੀ, ਸਾਵਧਾਨ ਰਹੀਂ। ਛਿੱਟੜ ਥੀਮਦੋ ਜਾਮ ਕਿਸੰਦੋ ਪੇਰ। ਜੇ ਪੈਰ ਤਿਲਕ ਗਿਆ, ਪੈਰ ਖਿਸਕ ਗਿਆ, ਛਿੱਟਿਆਂ ਨਾਲ ਭਰ ਜਾਏਗਾ। ਥੱਲੇ ਚਿੱਕੜਿਆ। ਤੁਰਨ ਵਾਲਿਆ ਸਾਵਧਾਨ ਹੋ ਕੇ ਤੁਰ, ਸੰਭਲ ਕੇ ਤੁਰ। ਪੈਰ ਤਿਲਕਿਆ ਤੇ ਛਿੱਟੇ ਤੇਰੇ ਉੱਤੇ ਪਏ, ਬਚ ਕੇ ਰਹਿ। ਔਰ ਮਹਾਰਾਜ ਨੇ ਬਹੁਤ ਕੁਝ ਸਾਨੂੰ ਬਖਸ਼ਿਸ਼ ਕੀਤਾ ਆ। ਮੈਂ ਇੱਕ ਸ਼ਲੋਕ ਪਿੱਛੇ ਤੁਹਾਡੇ ਧਿਆਨ ਚ ਲਿਆਉਣਾ ਹੋਰ। ਕਿਆ ਗਲਾਇਓ ਭੂਛ, ਪਰ ਵੇਲ ਨ ਜੋਹੇ ਕੰਤ ਤੂੰ। ਨਾਨਕ ਫੁੱਲਾਂ ਸੰਧੀ ਵਾੜ, ਖਿੜਿਆ ਹਬ ਸੰਸਾਰ ਜਿਉ। ਹੁਣ ਕਈ ਵਾਰ ਜਦੋਂ ਅਸੀਂ ਖੰਡੇ ਕੀ ਪੌਲ ਲੈਨੇ ਆ, ਅੰਮ੍ਰਿਤ ਛਕਦੇ ਆ, ਤੇ ਪੰਜ ਪਿਆਰੇ ਸਾਹਿਬਾਨ ਸਾਨੂੰ ਜਦੋਂ ਰਹਿਤ ਦ੍ਰਿੜ ਕਰਾਉਂਦੇ ਆ, ਤਾਂ ਉਸ ਰਹਿਤ ਜਿਹੜੀ ਦ੍ਰਿੜ ਕਰਾਈ ਜਾ ਰਹੀ ਆ, ਉਹਦੇ ਵਿੱਚ ਸਾਨੂੰ ਜਿਹੜੀਆਂ 4 ਬੱਜਰ ਕਰੈਤਾਂ ਤੋਂ ਬਚਣ ਲਈ ਕਿਹਾ ਜਾਂਦਾ। ਉਹਨਾਂ 4 ਬੱਜਰ ਕਰੈਤਾਂ ਦੇ ਵਿੱਚੋਂ ਇੱਕ ਕਰੈਤ ਸਾਡੇ ਧਿਆਨ 'ਚ ਲਿਆਂਦੀ ਜਾਂਦੀ ਉਸ ਵੇਲੇ, ਪਰ ਇਸਤਰੀ ਪਰ ਪੁਰਸ਼ ਦਾ ਸੰਗ। ਹੁਣ ਇਹ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਆ, ਠੀਕ ਹੈ ਜੀ।
ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ 10ਵੇਂ ਪਾਤਸ਼ਾਹ ਜੀ ਨੇ ਸਾਡੀ ਰਹਿਤ ਵਿੱਚ, ਸਾਡੀ ਮਰਿਆਦਾ ਦੇ ਅੰਦਰ ਇਹ ਸ਼ਾਮਲ ਕਰ ਦਿੱਤਾ ਕਿ ਭਾਈ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ। ਪਰ ਕਿੰਨੀ ਕਮਾਲ ਦੀ ਗੱਲ ਹੈ ਕਿ ਇਹ ਪੜ੍ਹਾਈ ਸਾਨੂੰ ਕਦੋਂ ਦੀ ਪਹਿਲਾਂ ਦੀ ਹੋ ਰਹੀ ਆ। ਖੰਡੇ ਕੀ ਪੌਲ ਦਾ ਜ਼ਿਕਰ ਇਤਿਹਾਸ ਦੇ ਵਿੱਚ 1699 ਚ ਆਉਂਦਾ ਜੀ। ਪਰ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਸ਼ਲੋਕ ਅਸੀਂ ਪੜ੍ਹ ਰਹੇ ਹਾਂ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਸ ਸ਼ਲੋਕ ਦੇ ਅੰਦਰ ਵੇਖੋ ਕਿੱਡੀ ਵੱਡੀ ਗੱਲ ਕਰਦੇ। ਮਹਾਰਾਜ ਕਹਿੰਦੇ ਨੇ, ਹੇ ਜੀਵ ਤੂੰ ਹਰ ਥਾਂ ਕੰਤ ਪ੍ਰਭੂ ਨੂੰ ਵੇਖ, ਪਰਾਈ ਇਸਤਰੀ ਨੂੰ ਮੰਦ ਭਾਵਨਾ ਨਾਲ ਨਾ ਵੇਖ, ਕਾਮ ਆਤੁਰ ਹੋ ਕੇ ਮਤ ਹੀਣੇ ਨਾਪਾਕ ਬੋਲ ਨਾ ਬੋਲ। ਫਿਰ ਅੱਗੇ ਕਹਿੰਦੇ ਨੇ, ਹੇ ਨਾਨਕ ਜਿਵੇਂ ਫੁਲਵਾੜੀ ਖਿੜੀ ਹੁੰਦੀ ਆ ਤਿਵੇਂ ਸਾਰਾ ਸੰਸਾਰ ਖਿੜਿਆ ਹੋਇਆ, ਇੱਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵੱਲ ਮੰਦ ਭਾਵਨਾ ਨਹੀਂ ਰੱਖਣੀ। ਇਹ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦਾ। ਔਰ ਹੋਰ ਬੇਨਤੀ ਕਰਦਾ, ਇਸ ਗੁਰੂ ਅਰਜਨ ਸਾਹਿਬ ਜੀ ਨੇ ਇਹ ਪੜ੍ਹਾਈ ਨਹੀਂ ਸਾਨੂੰ ਕਰਵਾਈ। ਇਸ ਤੋਂ ਪਹਿਲਾਂ ਸਾਡੇ ਕੋਲ ਭਗਤ ਨਾਮਦੇਵ ਸਾਹਿਬ ਦੇ ਸ਼ਬਦ ਵੀ ਮੌਜੂਦ ਆ, ਜਿਹੜੇ ਕਿ ਗੁਰੂ ਸਾਹਿਬ ਜੀ ਤੋਂ ਪਹਿਲਾਂ ਹੋਏ ਆ। ਔਰ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਕਿਹਾ, ਪਰ ਧਨ ਪਰ ਦਾਰਾ ਪਰ ਹਰੀ ਤਾਕੈ ਨਿਕਟ ਵਸੈ ਨਰ ਹਰੀ। ਪਰ ਦਾਰਾ ਦਾ ਜ਼ਿਕਰ ਉੱਥੇ ਵੀ ਆ ਰਿਹਾ। ਸਾਡੀ ਤੇ ਕਦੋਂ ਦੀ ਕਿੰਨੇ 100 ਸਾਲ ਦੀ ਪੜ੍ਹਾਈ 1699 ਤੱਕ ਹੋ ਚੁੱਕੀ ਆ। ਸਾਡਾ ਤਾਂ ਸਕੂਲ ਚੱਲ ਰਿਹਾ ਸੀ। ਉੱਥੇ ਤੇ ਆ ਕੇ ਮਹਾਰਾਜ ਨੇ ਮੋਹਰ ਲਾ ਕੇ ਕਹਿਤਾ, ਭਾਈ ਆਹ ਗੱਲਾਂ ਮੇਨ ਆ, ਇਹਨਾਂ ਤੋਂ ਬਚ ਕੇ ਰਹੋ, ਆਹ ਕੰਮ ਕਰਨੇ ਆ ਤੇ ਆਹ ਕੰਮ ਆਪਾਂ ਨਹੀਂ ਕਰਨੇ। ਸੋ ਸਾਡੇ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਗੱਲਾਂ ਦਾ ਜ਼ਿਕਰ ਬਾਣੀ ਵਿੱਚ ਕੀਤਾ। ਜੈਸਾ ਸੰਗ ਬਿਸ਼ੀਅਰ ਸਿਉ ਹੈ ਰੇ, ਤੈਸੋ ਹੀ ਇਹ ਪਰ ਗਰੇ। ਪਰਾਇਆ ਘਰ ਵੀ ਤੇਰੇ ਲਈ ਇਦਾਂ ਹੀ ਆ, ਜਿੱਦਾਂ ਸੱਪ ਨਾਲ ਤੂੰ ਆਪਣੀ ਜ਼ਿੰਦਗੀ ਗੁਜ਼ਾਰੇ, ਸੱਪ ਦੇ ਨਾਲ ਰਵੇਂ, ਜਿੱਦਾਂ ਸੱਪ ਨਾਲ ਰਹਿਣਾ ਇਦਾਂ ਹੀ ਪਰਾਇਆ ਘਰ ਆ। ਤਾਂ ਮਹਾਰਾਜ ਨੇ ਬਹੁਤ ਕੁਝ ਸਾਨੂੰ ਐਸਾ ਬਖਸ਼ਿਸ਼ ਕੀਤਾ ਆ। ਜਿਹੜਾ ਅੱਜ ਕੱਲ ਸਾਡੇ ਸਮਾਜ ਦੇ ਅੰਦਰ ਇਹਨਾਂ ਚੀਜ਼ਾਂ ਦਾ ਬੜਾ ਸ਼ੋਰ ਸ਼ਰਾਬਾ ਰਹਿੰਦਾ ਆ, ਬੜੀਆਂ ਬਦਚਲਣੀਆਂ ਜਿਹੜੀਆਂ ਸਾਨੂੰ ਉਹ ਕਿਤੇ ਨਾ ਕਿਤੇ ਨਜ਼ਰ ਆਉਂਦੀਆਂ ਨੇ। ਕਾਸ਼ ਕਿਤੇ ਅਸੀਂ ਜੇ ਬਾਕੀ ਗੱਲਾਂ ਛੱਡ ਕੇ ਤੇ ਇਹਨਾਂ ਗੱਲਾਂ ਦਾ ਵੀ ਸਬਜੈਕਟ ਦਾ ਪਾਠ, ਇਹਨਾਂ ਗੱਲਾਂ ਨੂੰ ਅਸੀਂ ਆਪਣੇ ਅੱਗੇ ਪਰਿਵਾਰਾਂ ਤੱਕ ਲੈ ਕੇ ਜਾਂਦੇ, ਆਪਣੇ ਸਮਾਜ ਵਿੱਚ ਲੈ ਕੇ ਜਾਂਦੇ ਕਿ ਇਹ ਗੱਲਾਂ ਸਾਡੇ ਕੋਲ ਪਹਿਲਾਂ ਸਤਿਗੁਰੂ ਸਾਹਿਬ ਨੇ ਸਾਨੂੰ ਪੜ੍ਹਾਈਆਂ ਤੇ ਸਾਡੇ ਖੂਨ 'ਚ ਪਾਈਆਂ। ਐਵੇਂ ਨਹੀਂ ਉੱਥੇ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੂੰ ਬਾਨੋ ਬੇਗਮ ਨੇ ਇੱਕ ਵਿਚਾਰ ਕਿਹਾ ਤਾਂ ਸਰਦਾਰ ਹਰੀ ਸਿੰਘ ਨਲੂਏ ਨੇ ਉਹਨੂੰ ਝਿੜਕਿਆ ਵੀ, ਉਹ ਵਾਪਸ ਰੋਂਦੀ ਜਾਂਦੀ ਆ ਔਰ ਆਵਾਜ਼ ਮਾਰ ਕੇ ਕਹਿੰਦਾ, ਬਾਨੋ ਮੇਰੇ ਵਰਗਾ ਪੁੱਤ ਚਾਹੀਦਾ ਨਾ, ਤੇ ਜਾ ਹਰੀ ਸਿੰਘ ਅੱਜ ਤੋਂ ਤੇਰਾ ਪੁੱਤ ਹੋਇਆ। ਔਰ ਮਹਾਰਾਜ ਦੀ ਬਾਣੀ ਕਹਿੰਦੀ ਆ, ਕਾਮ ਗਹਿ ਕੇਸ ਪਛਾੜਿਓ, ਕਾਮ ਵਾਲਾਂ ਤੋਂ ਫੜ ਕੇ ਧੂ ਕੇ ਪਿਛਾਂ ਮਾਰਿਆ। ਤੇ ਜਿਉਂਦੀਆਂ ਮਿਸਾਲਾਂ ਨੇ ਸਾਡੀਆਂ, ਜਿਉਂਦੀਆਂ। ਕਾਮ ਸ਼ਰੇਆਮ ਹਰੀ ਸਿੰਘ ਨਲੂਏ ਦੇ ਸਾਹਮਣੇ ਨੱਚਿਆ, ਝਾੜ ਕੇ ਠਾਂ ਮਾਰਿਆ। ਤਾਂ ਇਹ ਸਾਡੀ ਸ਼ੁਰੂਆਤ ਪੜ੍ਹਾਈ ਜਿਹੜੀ ਆ ਉਹ ਬਾਣੀ ਤੋਂ ਲਗਾਤਾਰ ਸਾਡੀ ਇਹ ਪੜ੍ਹਾਈ ਹੋ ਰਹੀ ਸੀ। ਇਹ ਕਿਰਦਾਰ ਘੜਿਆ ਜਾ ਰਿਹਾ ਸੀਗਾ। ਤਾਂ ਇਹਨੂੰ ਧਿਆਨ 'ਚ ਰੱਖਣਾ ਸਾਡੇ ਲਈ ਬੜਾ ਲਾਜ਼ਮੀ ਆ। ਜੇ ਅੱਜ ਕਿਰਦਾਰਾਂ ਨੂੰ ਖੋਰੇ ਲੱਗੇ ਨਜ਼ਰ ਆਉਂਦੇ ਆ ਨਾ, ਤਾਂ ਉਹਦਾ ਕਾਰਨ ਇਹੀ ਹੈ ਕਿ ਸਤਿਗੁਰੂ ਦੀ ਬਾਣੀ ਸਾਡੇ ਹਿਰਦਿਆਂ 'ਚੋਂ, ਮੂੰਹ 'ਚ ਤਾਂ ਭਾਵੇਂ ਹੈਗੀ ਆ, ਪਰ ਸਾਡੇ ਹਿਰਦਿਆਂ 'ਚੋਂ ਬਾਣੀ ਜਿਹੜੀ ਆ ਉਹ ਗਾਇਬ ਆ। ਤਾਂ ਹੀ ਕਿਰਦਾਰ ਖੁਰਦੇ ਨਜ਼ਰ ਆਉਂਦੇ ਆ ਜੀ। ਮਹਿਲਾ ਪੰਜਵਾਂ। ਸੱਚ ਜਾਣੈ ਕੱਜ ਵੈਦਿਓ, ਤੂੰ ਆਗੂ ਆਗੇ ਸਲਵੇ।
ਨਾਨਕ ਆਤ ਸੜੀ ਮੰਝ ਨੈਣੋ, ਵਿਆਹ ਢਾਲ ਪੱਪੜ ਜਿਉ ਜੁਮਿਓ। ਮਹਿਲਾ ਪੰਜਵਾਂ। ਭੋਰੇ ਭੋਰੇ ਰੁਹੜੇ ਸੇਵੇ ਦੇ ਆਲਕ, ਮੁੱਦਤ ਪਈ ਚਿਰਾਣੀਆਂ ਫਿਰ ਕੱਢੂ ਆਵੈ ਰੁੱਤ। ਹਾਂ, ਮੁੱਦਤ ਪਈ ਚਿਰਾਣੀਆਂ, ਮੁੱਦਤ ਸਮਾਂ, ਮੋਹਲਤ, ਮੁੱਦਤ ਪਈ ਚਿਰਾਣੀਆਂ, ਲੰਬਾ ਸਮਾਂ ਬੀਤ ਗਿਆ, ਮੁੱਦਤ ਬੀਤ ਗਈ, ਫਿਰ ਕੱਢੂ ਆਵੇ ਰੁੱਤ। ਆਪਾਂ ਬੋਲਦੇ ਕਦੋਂ ਆਵੇ ਰੁੱਤ, ਇੱਥੇ ਪਾਠ ਆ ਰਿਹਾ ਫਿਰ ਕੱਢੂ ਆਵੇ ਰੁੱਤ। ਫਿਰ ਰੁੱਤ ਕਦੋਂ ਆਏਗੀ, ਉਹ ਮਿਲਾਪ ਵਾਲਾ ਸਮਾਂ ਕਦੋਂ ਬਣੇਗਾ। ਹਾਂਜੀ। ਪੌੜੀ ਤੁਧ ਰੂਪ ਨ ਰਖਿਆ ਜਾਤ, ਤੂੰ ਵਰਨਾ ਬਾਹਰਾ। ਇਹ ਮਾਨਸ ਜਾਣੈ ਦੂਰ, ਤੂੰ ਵਰਤੈ ਜਾਹਰਾ। ਤੂੰ ਸਭ ਘਟ ਭੋਗੈ ਪਾਪ, ਤੁਧ ਲੇਪ ਨ ਲਾਹਰਾ। ਤੂੰ ਪੁਰਖ ਆਨੰਦੀ ਅਨੰਤ, ਸਭ ਜੋਤ ਸਬਾਹਰਾ। ਤੂੰ ਸਭ ਦੇਵਾਂ ਮੈਂ ਦੇਵ, ਵਿਧਾਤੇ ਨਰ ਹਰਾ। ਕਿਆ ਆਰਾਧੈ ਜਿਹਵਾ ਇੱਕ, ਤੂੰ ਅਬਿਨਾਸ਼ੀ ਅਪਰਪਰਾ। ਜਿਸ ਮੇਲੇ ਸਤਿਗੁਰ ਆਪ, ਤਿਸ ਕੇ ਸਭ ਕੋਲ ਤਰਾ। ਸੇਵਕ ਸਭ ਕਰਦੇ ਸੇਵ, ਦਾਰ ਨਾਨਕ ਜਨ। ਸੇਵਕ ਸਭ ਕਰਦੇ ਸੇਵ, ਦਾਰ ਨਾਨਕ ਜਨ ਤੇਰਾ। ਦਖਣੇ ਮਹਿਲਾ ਪੰਜਵਾਂ। ਗਹਿੜੜਾ ਤ੍ਰਿਣ ਛਾਇਆ, ਗਾਫੜ ਜਲਿਓ ਭਾ। ਜਿਨਾ ਭਾਗ ਮਥਾਹੜੇ, ਤਿਨਾ ਉਸਤਾਦ ਬਨਾ। ਜਿਨਾ ਭਾਗ ਮਥਾਹੜੇ, ਤਿੰਨ ਉਸਤਾਦ ਪਨਾ। ਜਿਨਾ ਭਾਗ ਮਥਾਹੜੇ, ਤਿੰਨ ਉਸਤਾਦ ਬਨਾ। ਮਹਿਲਾ ਪੰਜਵਾਂ। ਨਾਨਕ ਪੀਠਾ ਪੱਕਾ ਸਾਜਿਆ, ਧਰਿਆ ਆਣ ਮੌਜੂਦ। ਬਾਝੋਂ ਸਤਿਗੁਰ ਆਪਣੇ, ਬੈਠਾ ਝਾਕ ਦਰੂਦ। ਮਹਿਲਾ ਪੰਜਵਾਂ। ਨਾਨਕ ਉਸਰੀਆਂ ਪਕਾਈਆਂ, ਪਾਈਆਂ ਖਾਲੈ ਮਾਹੇ। ਜਿਨੀ ਗੁਰੂ ਮਨਾਇਆ, ਰਜ ਰਜ ਸੇਈ ਖਾਹੇ। ਮਹਾਰਾਜ ਜੀ ਨੇ ਇੱਥੇ ਦੋ ਸ਼ਲੋਕ ਸਾਡੇ ਲਈ ਜਿਹੜੇ ਬਖਸ਼ਿਸ਼ ਕੀਤੇ ਨੇ। ਦੋਵਾਂ ਅੰਦਰ ਇੱਕ ਰਵਾਇਤ ਜਿਹੜੀ ਸਮਾਜ ਵਿੱਚ ਪ੍ਰਚਲਿਤ ਰਹੀ ਤੇ ਹੈ, ਉਸ ਰਵਾਇਤ ਵੱਲ ਧਿਆਨ ਦਿਵਾਇਆ। ਸਤਿਗੁਰੂ ਜੀ ਆਖਦੇ ਨੇ ਪੱਕਾ ਪੀਠਾ, ਚੱਕੀ ਦੇ ਵਿੱਚ ਹੱਥ ਨਾਲ, ਪੁਰਾਣਾ ਸਮਾਂ ਸੀ, ਹੱਥ ਨਾਲ ਚੱਕੀ ਦੇ ਨਾਲ ਆਟਾ ਪੀਸਿਆ ਜਾਂਦਾ ਸੀ। ਕਹਿੰਦੇ ਪੀਠਾ, ਅਗਲਾ ਸ਼ਬਦ ਵਰਤਿਆ ਪੱਕਾ। ਫਿਰ ਉਹ ਆਟਾ ਪਹਿਲਾਂ ਪੀਸਿਆ, ਫਿਰ ਉਸ ਨੂੰ ਗੁੰਨਿਆ, ਪਕਾਇਆ, ਸਾਜਿਆ, ਥਾਲੀ ਦੇ ਵਿੱਚ ਪਰੋਸਿਆ, ਧਰਿਆ ਆਣ ਮੌਜੂਦ, ਪਰੋਸ ਕੇ ਰੱਖ ਲਿਆ, ਮੌਜੂਦ ਸਾਹਮਣੇ ਲਿਆਣ ਕੇ ਰੱਖ ਲਿਆ। ਬਾਝੋਂ ਸਤਿਗੁਰ ਆਪਣੇ, ਬੈਠਾ ਝਾਕ ਦਰੂਦ। ਬਾਝੋਂ ਸਤਿਗੁਰ ਆਪਣੇ, ਬੈਠਾ ਝਾਕ ਦਰੂਦ। ਉਹਦੇ ਤੇ ਇੱਕ ਨੋਟ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਰੱਖਿਆ, ਮੈਂ ਤੁਹਾਡੇ ਨਾਲ ਪੜ੍ਹਨਾ ਚਾਹੁੰਦਾ, ਸਾਂਝਾ ਕਰਨਾ ਚਾਹੁੰਦਾ। ਦਰੂਦ ਦਾ ਅਰਥ ਹੈ ਜੀ ਅਰਦਾਸ, ਦੁਆ। ਧਿਆਨ ਨਾਲ ਸੁਣਿਓ। ਕਹਿੰਦੇ ਨੇ ਮੁਸਲਮਾਨ ਈਦ ਆਦਿਕ ਪਵਿੱਤਰ ਦਿਹਾੜੇ ਅੱਲਾ ਨਮਿਤ, ਜਾਨੀ ਅੱਲਾ ਵਾਸਤੇ ਆਪਣੇ ਕਾਜੀ ਨੂੰ ਚੰਗਾ ਚੋਖਾ ਖਾਣਾ ਪਕਾ ਕੇ ਭੇਟਾ ਕਰਦੇ ਹਨ। ਆਪਣੇ ਕਾਜੀ ਨੂੰ ਈਦ ਇਤਿਆਦਿਕ ਪਵਿੱਤਰ ਦਿਹਾੜਿਆਂ ਤੇ ਕਾਜੀ ਆ ਕੇ ਪਹਿਲਾਂ ਦਰੂਦ ਪੜ੍ਹਦਾ। ਦਰੂਦ ਦਾ ਮਤਲਬ ਹੈ ਦੁਆ, ਅਰਦਾਸ। ਕਾਜੀ ਪਹਿਲਾਂ ਆ ਕੇ ਦਰੂਦ ਪੜ੍ਹਦਾ, ਫਿਰ ਉਹ ਖਾਣਾ ਸਵੀਕਾਰ ਕਰਦਾ। ਉਸ ਤੋਂ ਪਿੱਛੋਂ ਘਰ ਵਾਲਿਆਂ ਨੂੰ ਖਾਣ ਨੂੰ ਮਿਲਦਾ। ਉਸ ਤੋਂ ਪਿੱਛੋਂ ਘਰ ਵਾਲਿਆਂ ਨੂੰ ਖਾਣ ਨੂੰ ਮਿਲਦਾ।
ਜਿੰਨਾ ਚਿਰ ਕਾਜੀ ਨਾ ਆਵੇ, ਘਰ ਦੇ ਅਣਜਾਣੇ ਯਾਨੀ ਬੱਚੇ, ਘਰ ਦੇ ਅਣਜਾਣੇ ਸਿਆਣੇ ਪਏ ਝਾਕਦੇ ਹਨ ਤੇ ਉਡੀਕਦੇ ਹਨ। ਤੋ ਇਹ ਅਸੀਂ ਹੰਡਾਇਆ ਆ। ਘਰ 'ਚ ਕੋਈ ਮਹਿਮਾਨ ਨੇ ਆਉਣਾ ਹੋਵੇ, ਖਾਣਾ ਬਣ ਜਾਂਦਾ ਤਾਂ ਜਿਹੜੇ ਘਰ ਦੇ ਖਾਸ ਕਰਕੇ ਨਿਆਣੇ ਆ ਨਾ, ਉਹਨਾਂ ਨੂੰ ਤਾਂਗ ਹੁੰਦੀ ਆ ਕਿ ਅੱਜ ਜੋ ਕੁਝ ਘਰ ਬਣਿਆ ਉਹਦੇ ਚੋਂ ਸਾਨੂੰ ਵੀ ਮਿਲਣਾ ਆ। ਪਰ ਹੁਣ ਜੇ ਪ੍ਰਾਹੁਣਾ ਆਵੇ ਪਹਿਲਾਂ ਖਾਵੇ ਤੇ ਫਿਰ ਹੀ ਨਿਆਣਿਆਂ ਨੂੰ ਮਿਲੇ ਨਾ। ਔਰ ਜਿੰਨੀ ਦੇਰ ਤੱਕ ਉਹ ਪ੍ਰਾਹੁਣਾ ਘਰ ਵਿੱਚ ਆ ਕੇ ਪਹਿਲਾਂ ਉਹ ਖਾਣਾ ਖਾ ਨਹੀਂ ਲੈਂਦਾ, ਓਨੀ ਦੇਰ ਤੱਕ ਉਹ ਨਿਆਣੇ ਜਿਹੜੇ ਘਰ ਵਿੱਚ ਭਾਵੇਂ ਉਹ ਖੇਡ ਹੀ ਰਹੇ ਆ, ਤੁਸੀਂ ਉਹਨਾਂ ਦੀ ਹਾਲਤ ਵੇਖੋ। ਤਾਂ ਪ੍ਰੋਫੈਸਰ ਸਾਹਿਬ ਨੋਟ ਲਿਖਦਿਆਂ ਕਹਿੰਦੇ ਨੇ, ਘਰ ਦੇ ਅਣਜਾਣੇ ਸਿਆਣੇ ਪਏ ਝਾਕਦੇ ਹਨ ਤੇ ਉਡੀਕਦੇ ਹਨ। ਤਿਆਰ ਹੋਏ ਖਾਣੇ ਉਹਨਾਂ ਦੇ ਸਾਹਮਣੇ ਪਏ ਰਹਿੰਦੇ ਹਨ, ਪਰ ਉਹਨਾਂ ਨੂੰ ਖਾਣ ਦੀ ਇਜਾਜ਼ਤ ਨਹੀਂ ਹੁੰਦੀ। ਖਾਣੇ ਸਾਹਮਣੇ ਪੈ ਰਹਿੰਦੇ ਆ, ਪਰ ਖਾਣ ਦੀ ਇਜਾਜ਼ਤ ਨਹੀਂ ਹੁੰਦੀ। ਇਸੇ ਤਰ੍ਹਾਂ ਜੀਵ ਕਈ ਸਾਧਨ ਪਿਆ ਕਰੇ, ਕਈ ਸਾਧਨ, ਪਰ ਗੁਰੂ ਦੀ ਸ਼ਰਨ ਤੋਂ ਬਿਨਾ ਪ੍ਰਭੂ ਦੀ ਮਿਹਰ ਦਾ ਦਰ ਨਹੀਂ ਖੁੱਲਦਾ। ਜਿਵੇਂ ਕਾਜੀ ਦੇ ਖਾਣ ਤੋਂ ਬਿਨਾ ਬਾਕੀਆਂ ਨੂੰ ਸਿਰਫ ਝਾਕ ਹੀ ਬਣੀ ਰਹਿੰਦੀ ਆ ਤੇ ਉਹ ਖਾ ਨਹੀਂ ਸਕਦੇ, ਕਹਿੰਦੇ ਗੁਰੂ ਤੋਂ ਬਿਨਾ ਪ੍ਰਭੂ ਦੀ ਮਿਹਰ ਦਾ ਦਰ ਨਹੀਂ ਖੁੱਲਦਾ। ਬੰਦਾ ਭਾਵੇਂ ਜਿੰਨੇ ਮਰਜ਼ੀ ਸਾਧਨ ਪਿਆ ਅਪਣਾਵੇ। ਇਹ ਪਹਿਲਾ ਸ਼ਲੋਕ। ਦੂਜੇ ਸ਼ਲੋਕ ਦੇ ਅੰਦਰ ਜਿਹੜਾ ਅਸੀਂ ਪਾਠ ਸ਼ਰਵਣ ਕੀਤਾ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੇ ਗੁਰੂ ਮਨਾਇਆ ਰੱਜ ਰੱਜ ਸਈ ਖਾਹੇ। ਪਹਿਲਾਂ ਤਾਂ ਮੈਂ ਇਹ ਗੱਲ ਕਰਦਾ ਕਿ ਜਦੋਂ ਅਸੀਂ ਆਪਣੇ ਭਾਈ ਸਾਹਿਬ ਜੀ ਨੂੰ ਸਤਿਕਾਰ ਨਾਲ ਘਰ ਵਿੱਚ ਲੈ ਕੇ ਜਾਂਦੇ ਆ, ਤਾਂ ਸਾਡਾ ਵੀ ਜਿਵੇਂ ਇੱਥੇ ਪਿਛਲੇ ਆਪਾਂ ਨੋਟ ਦੇ ਵਿੱਚ ਯਾਦ ਕੀਤਾ ਜਾਂ ਧਿਆਨ ਵਿੱਚ ਲਿਆਂਦਾ ਕਿ ਜਿਹੜਾ ਹੁਣ ਘਰ 'ਚ ਸਪੈਸ਼ਲ ਬੰਦਾ ਸੱਦਿਆ ਉਹਦੇ ਲਈ ਸਾਡਾ ਜ਼ੋਰ ਲੱਗਾ ਹੁੰਦਾ। ਰੋਟੀਆਂ ਵੀ ਸਵਾਰ ਕੇ ਲੱਥਦੀਆਂ ਨੇ, ਸਬਜ਼ੀ ਭਾਜੀ ਵਾਹ ਬਣਦੀ ਆ, ਖੀਰ ਬਣਦੀ ਆ, ਦਹੀਂ ਰਾਇਤੇ ਵਾਲਾ ਬਣਦਾ ਆ, ਸਲਾਦ ਕੱਟਿਆ ਜਾਂਦਾ, ਕੋਈ ਫਲ ਫਰੂਟ ਲਿਆ ਕੇ ਰੱਖਿਆ ਜਾਂਦਾ। ਤੇ ਹੁਣ ਭਾਈ ਸਾਹਿਬ, ਮੈਂ ਉਹਦੇ 'ਚ ਸ਼ਾਮਲ ਆ ਜੀ, ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਉਹ ਭਾਈ ਸਾਹਿਬ ਹੁਣ ਜਿਹੜੀਆਂ ਤਵੇ ਤੋਂ ਲਹਿੰਦੀਆਂ ਘਿਓ ਦੀਆਂ ਚੋਂਦੀਆਂ ਰੋਟੀਆਂ ਨਾਲੇ ਤੇ ਖਾਣ, ਨਾਲੇ 3-4 ਸਬਜ਼ੀਆਂ ਖਾ ਗਏ, ਨਾਲੇ ਰਾਇਤਾ ਖਾ ਗਏ, ਨਾਲੇ ਸਲਾਦ ਖਾ ਗਏ, ਖੀਰ ਖਾ ਗਏ, ਸਾਰਾ ਕੁਝ ਖਾ ਪੀ ਕੇ ਤੇ ਅਖੀਰ ਤੇ ਪੜਦੇ ਨਾਨਕ ਭੁਸਰੀਆਂ ਪਕਾਈਆਂ। ਇਹ ਭੁਸਰੀਆਂ ਸੀਗੀਆਂ? ਇਹ ਭੁਸਰੀਆਂ ਥੋੜੀਆਂ ਸੀ। ਹਾਂ, ਜੇ ਭਾਈ ਸਾਹਿਬ ਨੇ ਅਰਦਾਸ ਕਰਨੀ, ਸਿੰਪਲ ਅਰਦਾਸ ਕੀਤੀ ਜਾ ਸਕਦੀ। ਪਹਿਲਾਂ ਸ਼ਲੋਕ ਦਾ ਭਾਵ ਤਾਂ ਸਮਝ ਲਓ, ਪਹਿਲਾਂ ਸ਼ਲੋਕ ਦਾ ਮਤਲਬ ਕੀ ਬਣਿਆ। ਅਸੀਂ ਸੁਣਦੇ ਪੜ੍ਹਦੇ ਕੱਖ ਨਹੀਂ ਗੇ, ਸਾਨੂੰ ਇਹ ਲੱਗਦਾ ਵੀ ਜਿਹੜੀ ਗੱਲ ਇਹਨੇ ਕਹੀ ਹੈ ਨਾ, ਇਹ ਸਭ ਠੀਕ ਹੀ ਹੋਣਾ, ਕੋਈ ਵੱਡੀ ਗੱਲ ਕਹਿ ਗਿਆ ਹੋਣਾ। ਪਹਿਲਾਂ ਅਸੀਂ ਸ਼ਲੋਕ ਨੂੰ ਦੇਖਦੇ ਹਾਂ। ਭੁਸਰੀ ਰੋਟੀ ਕੀ ਹੁੰਦੀ ਆ? ਸੁਣਿਓ ਧਿਆਨ ਨਾਲ। ਭੁਸਰੀ ਰੋਟੀ ਕੀ ਆ? ਭੁਸਰੀਆਂ ਪਕਾਈਆਂ। ਭੁਸਰੀ ਕੀ ਹੈ? ਗੁੜ ਵਾਲੀ ਰੋਟੀ। ਭੁਸਰੀ ਕੀ ਹੈ? ਗੁੜ ਵਾਲੀ ਰੋਟੀ। ਧਰਤੀ ਤੇ ਪਕਾਈ ਹੋਈ ਰੋਟੀ। ਧਰਤੀ ਤੇ ਅੱਗ ਬਾਲ ਕੇ, ਧਰਤੀ ਨੂੰ ਗਰਮ ਕਰਕੇ, ਧਰਤੀ ਦੇ ਉੱਤੇ ਹੀ ਉਹ ਰੋਟੀ ਪਕਾਈ ਜਾਂਦੀ ਆ। ਧਰਤੀ ਨੂੰ ਚੰਗਾ ਗਰਮ ਕਰਕੇ, ਸੇਕ ਲਾ ਕੇ ਧਰਤੀ ਦੇ ਉੱਤੇ ਰੋਟੀ ਪਕਾਈ ਜਾਂਦੀ ਹੈ। ਧਰਤੀ ਦੇ ਉੱਤੇ ਪਕਾਈ ਹੋਈ ਰੋਟੀ। ਅੱਗੇ ਉਹਨਾਂ ਨੇ ਕੁਝ ਉਧਰੋਂ ਸੰਸਕ੍ਰਿਤ ਚੋਂ, ਹਿੰਦੀ ਚੋਂ ਸ਼ਬਦ ਵਰਤੇ ਆ। ਭੂ ਸ਼੍ਰਿਤ। ਭੂ ਧਰਤੀ, ਸ਼੍ਰਿਤ ਭੂਸ਼੍ਰਿਤ ਧਰਤੀ ਦਾ ਆਸਰਾ ਲੈ ਕੇ ਤਿਆਰ ਕੀਤੀ ਹੋਈ। ਅੱਗੇ ਫਿਰ ਕਹਿੰਦੇ ਆ, ਗਰੀਬ ਟੱਪਰੀਵਾਸ ਲੋਕ ਇੱਟ ਆਦਿਕ ਜਾਂ ਬੱਬਰ। ਬੱਬਰ ਹੁੰਦਾ ਜਿਹੜਾ ਅੱਧਾ ਘੜਾ ਟੁੱਟ ਜਾਏ ਤੇ ਉਹਦਾ ਹੇਠਲਾ ਹਿੱਸਾ ਮੂਧਾ ਮਾਰ ਕੇ, ਘੜਾ ਪਾਣੀ ਵਾਲਾ ਜਿਹੜਾ, ਜਿਵੇਂ ਕੱਚੇ ਘੜੇ, ਘੜਾ ਟੁੱਟ ਜਾਏ ਤੇ ਉਹਦਾ ਅੱਧਾ ਹਿੱਸਾ ਜਿਹੜਾ ਥੱਲੇ ਵਾਲਾ, ਉਹ ਮੂਧਾ ਮਾਰ ਕੇ ਅੱਗ ਦੇ ਉੱਤੇ। ਕਹਿੰਦੇ ਗਰੀਬ ਟੱਪਰੀਵਾਸ ਲੋਕ ਇੱਟ ਆਦਿਕ ਜਾਂ ਬੱਬਰ ਆਦਿਕ ਨੂੰ ਤਪਾ ਕੇ ਰੋਟੀ ਪਕਾ ਲੈਂਦੇ ਹਨ। ਗੁੜ ਤੋਂ ਪਕਾਈ ਰੋਟੀ,
ਧਰਤੀ ਨੂੰ ਤਪਾ ਕੇ ਬਣਾਈ ਰੋਟੀ, ਇੱਟ ਜਾਂ ਬੱਬਰ ਦੇ ਉੱਤੇ ਬਣਾਈ ਹੋਈ ਰੋਟੀ, ਇਹਨੂੰ ਕਹਿੰਦੇ ਭੂਸਰੀ। ਤੇ ਆਪਾਂ ਤਾਂ ਬੜੇ ਟੌਰ ਨਾਲ ਵਧੀਆ ਸਵਾਦਲੀਆਂ ਰੋਟੀਆਂ ਲਾਈਆਂ, ਤੇ ਭਾਈ ਸਾਡੀਆਂ ਰੋਟੀਆਂ ਨੂੰ ਕਹਿੰਦਾ ਇਹ ਭੁਸਰੀਆਂ। ਆ ਕੇ ਇਹਦੇ ਅਰਥ ਵੇਖਿਓ। ਹੇ ਨਾਨਕ, ਜੇ ਕੋਈ ਮਨੁੱਖ ਇਤਨੇ ਹੀ ਗਰੀਬ ਹਨ ਕਿ ਰਸੋਈ ਚੌਂਕਾ ਆਦਿਕ ਵਰਤਣ ਦੇ ਥਾਂ ਧਰਤੀ ਉੱਤੇ ਹੀ ਮੰਨ ਪਕਾ ਲੈਂਦੇ ਹਨ। ਮੰਨ ਦਾ ਅਰਥ ਹੁੰਦਾ ਵੱਡੀ ਰੋਟੀ, ਭਾਰੀ ਰੋਟੀ। ਧਰਤੀ ਉੱਤੇ ਹੀ ਮੰਨ ਪਕਾ ਲੈਂਦੇ ਹਨ ਤੇ ਥਾਲ ਵਿੱਚ ਪਾ ਲੈਂਦੇ ਹਨ। ਜੇ ਉਹਨਾਂ ਨੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ, ਜੇ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਉਹਨਾਂ ਆਪਣੇ ਗੁਰੂ ਨੂੰ ਪ੍ਰਸੰਨਤਾ ਹਾਸਲ ਕਰ ਲਈ, ਤਾਂ ਉਹ ਉਹਨਾਂ ਭੁਸਰੀਆਂ ਨੂੰ ਹੀ, ਧਰਤੀ ਉੱਤੇ ਪਕਾਈਆਂ ਰੋਟੀਆਂ ਨੂੰ ਹੀ ਸਵਾਦ ਨਾਲ ਖਾਂਦੇ ਹਨ। ਭਾਵ ਗਰੀਬ ਮਨੁੱਖਾਂ ਨੂੰ ਗਰੀਬੀ ਵਿੱਚ ਹੀ ਸੁਖੀ ਜੀਵਨ ਅਨੁਭਵ ਹੁੰਦਾ ਹੈ, ਜੇ ਉਹ ਗੁਰੂ ਦੇ ਰਸਤੇ ਤੁਰ ਕੇ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲੈਂਦੇ ਹਨ। ਉਹਨਾਂ ਨੂੰ ਇਹ ਰੋਟੀਆਂ ਵੀ ਸਵਾਦਲੀਆਂ ਆ ਜਿਨ੍ਹਾਂ ਨੇ ਗੁਰੂ ਮਨਾ ਲਿਆ। ਉਹਨਾਂ ਨੂੰ ਇਹ ਰੋਟੀਆਂ ਵੀ ਦੁਖੀ ਨਹੀਂ ਕਰਦੀਆਂ, ਉਹਨਾਂ ਨੂੰ ਮਾੜੀਆਂ ਨਹੀਂ ਲੱਗਦੀਆਂ। ਜਿਨ੍ਹਾਂ ਨੇ ਗੁਰੂ ਨੂੰ ਖੁਸ਼ ਕਰ ਲਿਆ, ਗੁਰੂ ਦੇ ਰਾਹ ਤੇ ਤੁਰ ਕੇ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲਈ, ਉਹ ਇਹਨਾਂ ਰੋਟੀਆਂ ਨੂੰ ਵੀ ਸਵੀਕਾਰ ਕਰ ਲੈਂਦੇ ਆ। ਇੱਕ ਉਹ ਨੇ ਜਿਨ੍ਹਾਂ ਨੇ ਬੜਾ ਜ਼ੋਰ ਲਾ ਕੇ ਖਾਣਾ ਤਿਆਰ ਕੀਤਾ, ਪਰ ਕਾਜੀ ਤੋਂ ਬਿਨਾਂ ਬੈਠੇ ਹੋਏ ਝਾਕ ਰਹੇ ਆ ਵੀ ਕਦੋਂ ਆਵੇ ਤੇ ਕਦੋਂ ਕਿਤੇ ਮਿਹਰ ਦਾ ਦਰ ਖੁੱਲੇ ਤੇ ਕਦੋਂ ਸਾਨੂੰ ਖਾਣ ਨੂੰ ਮਿਲੇ। ਠੀਕ ਹੈ ਜੀ। ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਕੁਝ ਸ਼ਬਦਾਂ ਦਾ ਅਸੀਂ ਬਹੁਤਾ ਹੀ ਕਈ ਵਾਰ ਇੱਧਰ ਉੱਧਰ ਦਾ ਭਾਵ ਜਿਹੜਾ ਵਿਗਾੜ ਕੇ ਰੱਖ ਦਿੰਦੇ ਆ। ਸਾਡੇ ਇੱਕ ਬਹੁਤ ਸਤਿਕਾਰਯੋਗ ਭਾਈ ਸਾਹਿਬ, ਬਹੁਤ ਸਿਆਣੇ, ਉਹ ਅਕਾਲ ਚਲਾਣਾ ਕਰ ਗਏ, ਔਰ ਉਹਨਾਂ ਦੇ ਅਕਾਲ ਚਲਾਣੇ ਦੀ ਜਿਹੜੀ ਖਬਰ ਨਸ਼ਰ ਹੋ ਰਹੀ ਸੀ ਨਾ ਟੀਵੀ ਦੇ ਉੱਤੇ, ਉਹਦੇ ਪਿੱਛੇ ਰਾਗੀ ਸਿੰਘ ਜੀ ਦਾ ਗਾਇਆ ਹੋਇਆ ਇੱਕ ਸ਼ਬਦ ਨਾਲ ਗਾਇਨ ਹੋ ਰਿਹਾ ਸੀ। ਉਹ ਫੋਟੋ ਫਲੈਸ਼ ਹੋ ਰਹੀ ਸੀ, ਨਾਲ ਪਿੱਛੇ ਸ਼ਬਦ ਗਾਇਆ ਜਾ ਰਿਹਾ ਸੀ। ਰਿਕਾਰਡਿੰਗ ਚੋਂ ਲਿਆ ਹੋਣਾ ਉਹ। ਪਤਾ ਫਲੈਸ਼ ਕੀ ਹੋ ਰਿਹਾ? ਬਾਬਾ ਬੋਲਤੇ ਤੇ ਕਹਾਂਗੇ। ਹੁਣ ਜੇ ਲਾਈਨਾਂ ਦੇਖੀਆਂ ਜਾਣ ਤਾਂ ਤੁਸੀਂ ਹੈਰਾਨ ਹੋਗੇ। ਉੱਥੇ ਅਰਥ ਪਤਾ ਕੀ ਹੈ? ਅਰਥ ਇਹ ਹੈ ਕਿ ਜਿਹੜੇ ਆ ਬੋਲ ਮਾਇਆ ਵਾਲੇ ਮੇਰੀ ਜ਼ਿੰਦਗੀ ਚੋਂ ਲਗਾਤਾਰ ਉੱਠ ਰਹੇ ਸੀ ਨਾ, ਇਹ ਹੁਣ ਕਿੱਥੇ ਗਏ? ਗੁਰੂ ਨਾਲ ਮਿਲ ਗਿਆ, ਗੁਰੂ ਨਾਲ ਮਿਲਣ ਕਰਕੇ ਇਹ ਬੋਲ ਹੁਣ ਮੇਰੇ ਮਾਇਆ ਵਾਲੇ ਬੰਦ ਹੋ ਗਏ। ਪਰ ਸ਼ਬਦ ਵਜਾਇਆ ਕਿੱਥੇ ਜਾ ਰਿਹਾ? ਭਾਈ ਸਾਹਿਬ ਦੀ ਮੌਤ ਹੋਣ ਤੇ ਉਹਦੇ ਪਿੱਛੇ ਗਾਇਆ ਜਾ ਰਿਹਾ, ਬਾਬਾ ਬੋਲਤੇ ਤੇ ਕਹਾਂਗੇ। ਹੁਣ ਉਹ ਜਿੱਥੇ ਉਹ ਫੋਟੋ ਆ ਉਹਦੇ ਪਿੱਛੇ ਉਹ ਸ਼ਬਦ ਗਾਇਆ ਜਾਏ, ਤੇ ਉਹ ਸ਼ਬਦ ਦੇ ਜਿਹਨੂੰ ਅਰਥ ਆਉਂਦੇ ਹੋਣਗੇ, ਜਿਹਨੂੰ ਪਤਾ ਹੋਏਗਾ, ਸਮਝ ਹੋਏਗੀ ਵੀ ਇਹ ਸ਼ਬਦ ਕੀ ਕਹਿ ਰਿਹਾ, ਉਹਦਾ ਬਣ ਕੀ ਗਿਆ? ਪਿਆ ਮਾਇਆ ਵਾਲੇ ਬੋਲ ਬੋਲਦਾ ਸੀਗਾ ਤੇ ਹੁਣ ਕਿੱਥੇ ਗਿਆ? ਇਹੀ ਨਿਕਲੂਗਾ ਨਾ। ਤਾਂ ਕਈ ਵਾਰ ਬਿਨਾਂ ਸੋਚਿਆ ਸਮਝਿਆ ਅਸੀਂ ਇਦਾਂ ਪਾਠ ਕਰਦੇ ਰਹਿੰਦੇ ਆ, ਇਦਾਂ ਦਾ ਕੁਝ ਕਰਦੇ ਰਹਿੰਦੇ ਆ, ਜਿਨ੍ਹਾਂ ਦਾ ਭਾਵ ਜਾਂ ਜਿਨ੍ਹਾਂ ਦਾ ਮਤਲਬ ਕੁਝ ਹੋਰ ਹੁੰਦਾ ਆ, ਅਸੀਂ ਲਾ ਕੇ ਕਿਤੇ ਹੋਰ ਬਹਿ ਜਾਂਦੇ ਆ। ਇਦਾਂ ਹੀ ਆ, ਅਸੀਂ ਸਾਰਾ ਜ਼ੋਰ ਲਾ ਲੈਂਦੇ ਆ ਤੇ ਭਾਈ ਸਾਹਿਬ ਅਖੀਰ ਤੇ ਕਹਿੰਦੇ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿੰਨੀ ਗੁਰੂ ਮਨਾਇਆ ਰਜ ਰਜ ਸਹੀ ਖਾਏ। ਅਸੀਂ ਖੁਸ਼ ਹੋ ਜਾਂਦੇ, ਚਲੋ ਭਾਈ ਸਾਹਿਬ ਅਰਦਾਸ ਕਰ ਗਏ। ਭਾਈ ਸਾਹਿਬ ਨੇ ਅਰਦਾਸ ਤਾਂ ਕੀਤੀ ਆ, ਲੇਕਿਨ ਜੋ ਖਾਧਾ ਉਸ ਤੋਂ ਉਲਟ ਅਰਦਾਸ ਹੋਈ ਆ। ਉਹ ਭੁਸਰੀਆਂ ਥੋੜੀਆਂ ਸੀਗੀਆਂ। ਤੋ ਜੇ ਕੋਈ ਇਦਾਂ ਕਰਦਾ ਤਾਂ ਉਹਨੂੰ ਪੁੱਛ ਵੀ ਲੈਣਾ ਚਾਹੀਦਾ, ਭਾਈ ਸਾਹਿਬ ਸਾਡਾ ਤੇ ਸਾਰਾ ਜ਼ੋਰ ਲੱਗ ਗਿਆ, ਤੁਸੀਂ ਭੁਸਰੀਆਂ ਕਹਿ ਕੇ ਤਾਂ ਟਾਈਮ ਜ਼ਿਆਦਾ ਲੰਘਾ ਦਿੱਤਾ ਆ। ਇਹ ਭੁਸਰੀਆਂ ਨਹੀਂ ਸੀਗੀਆਂ, ਇਹਨੂੰ ਭੁਸਰੀਆਂ ਨਹੀਂ ਕਹਿੰਦੇ। ਤੋ ਖੈਰ ਧਿਆਨ ਰੱਖਿਓ ਜੀ। ਹਾਂਜੀ। ਔੜੀ ਤੁਧ ਜਗ ਮੈਂ ਖੇਲ ਰਚਾਇਆ, ਵਿੱਚ ਹੋਮੈ ਪਾਈਆ। ਇੱਕ ਮੰਦਰ ਪੰਜ ਚੋਰ ਹੈ, ਨਿਤ ਕਰੈ ਬੁਰਾਈਆਂ। ਨਿਤ ਕਰੈ ਬੁਰਾਈਆਂ, 10 ਨਾਰੀ ਇੱਕ ਪੁਰਖ ਕਰ। ਇੱਥੋਂ ਦਸੇ ਸਾਧ ਲੁਭਾਈਆ, ਏਨ ਮਾਇਆ ਮੋਹਣੀ ਮੋਹੀਆ। ਨਿਤ ਫਿਰੈ ਪਰਮਾਈਆਂ,
ਆਠਾਂ ਦੋਵੇਂ ਕੀਤਿਓ शिव शक्त वरताइया शिव अग्गै शक्ति हारिया इवें हर भाइया एक विचों ही तुध रखिया जो सत संग मिलाइया जाल विचों बिंब उठा लियो जाल माहे समाइया। दोबारा दखणे मैला पंजवा अकाम भूतांग इच्छा फेर न मुंडड़ा नानक सिज इवेहा वार बोड़ न होवी जन्मड़ा। हाँ अगाहां कू तरांग अगां नू तुर पिछां फेर ना मोडड़ा एवें पिछे भौं भौं के ना वेखी जा। जो हो गया जिथों जागे उथों ही सवेर तुर पो। पिछे मेरे को आ गलती हो गई मैं इदां कीता हुण रोण दा की फायदा, हो गया जो होना सी लंघ गया, टाइम गुजर गया सारा। सतगुरु कहते ने अगाहां कू तरांग पिछां फेर ना मोडड़ा एवें मोढा धौण घुमा घुमा पिछां नू ना झाकी जा। हुण अगां नू तुर ਜਿਹੜਾ ਰਹਿੰਦਾ ਸਮਾਂ ਇਸੇ ਪਛਤਾਵੇ 'ਚ ਇਹ ਵੀ ਗੁਜ਼ਰ ਜਾਏਗਾ। ਪਿਛਾਂ ਨੂੰ ਝਾਕਣ ਦੀ ਲੋੜ ਨਹੀਂ, ਅੱਗੇ ਨੂੰ ਚੱਲ ਹੁਣ। ਹਾਂਜੀ मैला पंजवा सज्जन मैडा चाहिया हब कहीं दा मित हबे जानना अपना कहीं न ठाए चित। मैला पंजवा गुजरा लदम लाल मथे ही प्रगट थया सोई सुहावा थाना जिथे फिरिए नानक जी तू उठया। पौड़ी जान तू मेरा वल है ता क्या मोछंदा तुद सब किछ मैनू सौंपिया जा तेरा बंदा। लक्ष्मी तोड़ ना गई खाए खर्च रहंदा लख 84 मेदनी सब सेव करंदा। ए वैरी मित सब कीतिया ना मंगै बंदा लेखा कोई न पुछई जा हर बख्शंदा। आनंद पिया सुख पाया मिल गुरु गोविंदा सबे काज सवारण जान तुद पावंदा। दखणे मैला पंजवा देखण क्यों मुस्ताक मुख के जेहा तो तड़ी फिरदा किते न हाल फिरदा किते हाल मंत्रा पिया। फिरदा किते हाल फिरदा किते हाल जा डिठम ता मंत्रा पिया। मैला पंजवा दुखिया दर्द कणे वेदन जाने तू तड़ी जाना लग पाए पीड़ी दिखंदो ना जीव सा। मैला पंजवा टहदी जाए करार गैर बंदे बैठिया सही रहे अबाण जिना सतगुर फेटिया। पौड़ी किस जन तेरी भुख है तिस दुख न व्यापै जिन जन जिस जन तेरी भुख है तिस दुख न व्यापै जिन जन गुरमुख पूजिया सो चौकुंडी जापै। जो नर उस दी शरीर पर तिस कंबे पापै जन्म जन्म की मल उतरै गुर तूड़ी न पै। जिन हर पाणा मलिया तिस सोग न संतापै। हर जियो तू सबना का मित है
जाने आपै। ऐसी शोभा जलन की जेवड़ हर परतापै। सब अंतर जन वरताया हर जन ते जापै। दखने महला पंजवा जिन्ना पिछे हो गई से मैं पिछे भी रव्यास। जिन्ना की मैं आसड़ी तिना बहन जी आस। महला पंजवा गिली गिली रोड़नी पानी पापा गाए। जो बैठे से फाथिया उपरे पाग मथाए। गिल्ली गिल्ली रोड़ड़ी गुड़ दी रोड़ी। गिल्ली गिल्ली चिप चिप कर दी। मक्खी नूं उड़ाई जाओ, मिठे करके वो घड़ी मुड़ी घुम घुम के वार वार उत्थे आउंदी आ। और जे वो मक्खी उस गिले गुड़ दे उत्ते बह जाए तो कर्मां नाल ही उड़दी है। फिर गुड़ गिला पहला सब तो उहदियां लत्तां फसन गियां उहदे च। लत्तां नूं कड्ढण लई वो खंभां दा जोर लाएगी और जिन्ना जोर लाएगी जोर लाउंदियां लाउंदियां लत्तां तां नहीं निकलणीਆਂ, आखिर ਉਹਦੇ खंभ भी गुड़ नाल लिबड़नगे, मर जाएगी बेचारी। सतगुरु कहंदे ने भई माया भी ये जिहड़ी बुराई है ना ये भी गिले गुड़ वर्गी आ। जिवें मक्खी नूं गुड़ पसंद है ना, बहुतिआं नूं बुराई ये औगण भी पसंद आ। जिन्ना मर्जी हटाई जाओ घुम घुम के वार वार इधरों उधरों कोई ना कोई वाल फेर करके घड़ी मुड़ी उत्थे आउणगे। हटदे नहीं ना, हटदे नहीं। और महाराज ने जिवें कहा कि जे मक्खी एक बारी बह गई फस गई ते बस गई। इदां ही ये भी हाल साडे बंदियां दा, मनुखां दा भी हाल ऐसा ही आ, जिहड़े बुराई ते औगणा ते एक बारी बह गए ते फिर फस गए। कबीर साहब जी ने कहा, कबीर पापी भगत ना भावई, हर पूजा ना सुहाए, माखी चंदन पर हरै जहां बेगंध तहां जाए। घड़ी मुड़ी उत्थे जांदी, गंदगी वाले पासे नूं जांदी। जिद्दां मक्खी गंदगी वाले पासे नूं जांदी है ना, इदां मनुखी सुभाव भी जिहड़ा है गंदगी वाले पासे नूं, बुराई वाले पासे नूं, औगणा वाले पासे नूं बड़ी छेती उलरदा आ, भज भज जांदा आ। अकाल पुरख सतगुरु जी दे सोहणे गुणां नूं, सतगुरु दे उपदेश नूं जिंदगी अंदर धारण करना औखा लगदा, इनू परां परां करदा आ। माखी चंदन पर हरै जहां बेगंध तहां जाए। महाराज कहंदे जिहड़ी मक्खी गिल्ली रोड़ी दे उत्ते बह गई, गुड़ दे उत्ते बह गई, गिले गुड़ दे उत्ते लत्तां फसियां, लत्तां कढदियां खंभ भी लिबड़े ते आखिर मौत ही आ। इस तो होर कोई होर राह बाकी नहीं बचदा। जे कोई ਉਹਨੂੰ ਗੋੜ ਗਿੱਲੇ ਦੇ ਉੱਤੋਂ ਚੁੱਕ ਕੇ ਇਦਾਂ ਪਾਸੇ ਵੀ ਸੁੱਟ ਦੇਵੇ ਤਾਂ ਵੀ ਮਰਨਾ ਹੀ ਆ ਉਹਨੇ। ਇੰਨਾ ਜਿਹੜਾ ਗੁੜ ਨੂੰ ਲੱਗ ਚੁੱਕਾ ਨਾ, ਜਿਹਦੇ ਚੋਂ ਲਿਬੜ ਚੁੱਕੀ ਆ, ਉਹ ਲੱਥਣ ਵਾਲਾ ਨਹੀਂ ਹੈਗਾ। ਉਹਦਾ ਉਹ ਲੱਥਣ ਵਾਲਾ ਨਹੀਂ ਹੈਗਾ, ਉਹ ਮਰੇਗੀ। ਔਰ ਇਸ ਬੁਰਾਈ ਤੋਂ ਔਗਣਾ ਤੋਂ ਜਿੰਨਾ ਹੋ ਸਕੇ ਸਤਿਗੁਰੂ ਨੇ ਜਿਵੇਂ ਕਿਰਪਾ ਕੀਤੀ ਆ, ਬਚਣ ਦੀ ਲੋੜ ਆ। ਬਚੇ ਰਹੀਏ ਤਾਂ ਚੰਗਾ ਆ, ਜੇ ਬਹਿਨੇ ਆ ਤਾਂ ਮੌਤ ਹਰ ਹਾਲਤ ਵਿੱਚ ਯਕੀਨੀ ਆ। ਹਾਂਜੀ। महला पंजवा डिठा हब मंजा खाली होए ना जानिए। तै सखी भाग मथाए जिनी मेरा सज्जन रावया। पौड़ी होटाड़ी दर गुण गावंदा जे हर प्रभ पावै। प्रभ मेरा फिर थावई होरावै जावै। सो मंगा दान गुसाई
लाडी तृपतावै। अरदास सुनी दातार प्रभु ताड़ी को मैल बुलावै। प्रभ देखदिया दुख भुख गई ताड़ी को मंगण चित न आवै। किन्नी कमाल दी गल है जी। देखो ਮੰਗਣ ਲਈ ਅਸੀਂ ਸਾਰੇ ਹੀ ਉਤਾਵਲੇ ਆ, ਹੈ ਨਾ। ਇੱਕ ਦਾਤਾ ਅਸੀਂ ਸਾਰੇ ਮੰਗਤੇ ਆ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਔਰ ਸਾਡੇ ਸਮਾਜ ਦੇ ਅੰਦਰ ਕੁਝ ਲੋਕ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਮੰਗਣ ਵਾਲਾ ਰਾਹ ਅਪਣਾ ਲੈਂਦੇ ਆ। ਜਿਹੜੀ ਚੀਜ਼ ਦੀ ਲੋੜ ਆ ਉਹ ਤੁਰ ਫਿਰ ਕੇ ਘਰਾਂ ਤੱਕ ਜਾ ਕੇ ਮੰਗ ਲੈਂਦੇ ਆ ਕਿ ਸਾਨੂੰ ਕੁਛ ਦੇ ਦਿਓ, ਪੈਸੇ ਦੇ ਦਿਓ, ਆਟਾ ਦੇ ਦਿਓ, ਕੋਈ ਕੱਪੜਾ ਦੇ ਦਿਓ। ਇਹ ਵੇਖੇ ਹੋਣੇ ਤੁਸੀਂ ਸਾਰਿਆਂ। ਸਤਿਗੁਰੂ ਆਖਦੇ ਨੇ ਢਾਡੀ ਵੀ ਅਕਾਲ ਪੁਰਖ ਜੀ ਦੇ ਦਰ ਦਾ ਮੰਗਣ ਗਿਆ। ਮੈਂ ਆਖਿਆ ਮੇਰਾ ਮਾਲਕ ਖੁਸ਼ ਹੈ, ਕੁਝ ਮੰਗ ਲਵਾਂ। ਜਦੋਂ ਮਾਲਕ ਖੁਸ਼ ਹੋਵੇ ਉਦੋਂ ਮੰਗਣ ਦੇ ਵਿੱਚ ਝਿਜਕ ਕਾਹਦੀ। ਪਰ ਕਹਿੰਦੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤਨਾ ਆਵੇ। ਸਤਿਗੁਰੂ ਅਕਾਲ ਪੁਰਖ ਜੀ ਦੇ ਦਰਸ਼ਨ ਕੀਤੇ, ਦੁੱਖ ਭੁੱਖ ਤਾਂ ਲੱਥ ਗਈ ਪਰ ਮੰਗਣਾ ਚੇਤੇ ਹੀ ਨਹੀਂ ਰਿਹਾ ਕਿ ਮੰਗਣਾ ਕੀ ਸੀ। ਦਰਸ਼ਨਾਂ ਦੀ ਇਹ ਮਹਿਮਾ, ਦਰਸ਼ਨਾਂ ਦੀ ਇਹ ਬਰਕਤ ਆ ਕਿ ਉਹ ਗੱਲਾਂ ਭੁੱਲ ਹੀ ਗਈਆਂ। ਕੀ ਲੈਣ ਆਇਆ ਸਾਂ, ਕੀ ਲੈਣ ਇੱਥੇ ਪਹੁੰਚਿਆ ਸਾਂ। ਢਾਡੀ ਕੋ ਮੰਗਣ ਚੇਤਨਾ ਆਵੇ। ਹਾਂਜੀ। ਸਭੇ ਇੱਛਾ ਪੂਰੀਆਂ ਲਗ ਪ੍ਰਭ ਕੈ ਪਾਵੈ। ਹਾਂ ਨਿਰਗੁਣ ਢਾਡੀ ਬਖਸ਼ਿਓ ਪ੍ਰਭ ਪੁਰਖ ਗਦਾਵੈ। ਹਾਂਜੀ, ਥੋੜਾ ਜਿਹਾ ਪਾਠ 'ਚ ਇਦਾਂ ਧਿਆਨ ਰੱਖਿਓ ਸਾਧ ਸੰਗਤ। ਸਭੇ ਇੱਛਾ ਪੂਰੀਆਂ ਲਗ ਪ੍ਰਭ ਕੈ ਪਾਵੇਂ। ਪਾਉ ਪੈਰ ਚਰਨਾਂ ਨਾਲ, ਠੀਕ ਹੈ ਜੀ। ਹਾਂਜੀ। ਰੱਖਣੇ ਪਹਿਲਾ ਪੰਜਵਾ ਜਾਂ ਛੁੱਟੇ ਨਾ ਖਾਕ ਸੁੰਡੀ ਕੰਤ ਨਾ ਜਾਣੀ। ਦੁਰਜਨ ਸੇਤੀ ਮੇ ਤੂੰ ਕੈ ਗੁਣ ਹਰ ਰੰਗ ਮਾਣਨੀ। ਪਹਿਲਾ ਪੰਜਵਾ ਨਾਨਕ ਜਿਸ ਬਿਨ ਕੜੀ ਨਾ ਜੀਵਣਾ। ਬਿਸਰੇ ਸਰੈ ਨਾ ਬਿੰਦ तिस स्यों क्यों मन रुसिया। जिसे हमारी चिंद। पहला पंजवा रत्ते रंग पार ब्रह्म के मन तन अत गुलाल। नानक बिना वैलुंदिया जित्ती होर ख्याल। पबड़ी हर जियो जातू मेरा मित्र है ता क्या मैं काड़ा। जिनी ठगी जग ठगिया से तुध मार निवाड़ा। गुर पौध पार लखाया जिता पावाड़ा। गुरमती सब रस भोगदा बड़ा आखाड़ा। सब दुनिया वस कर दितियो सतवंता साड़ा। जित लायन तितै लगदिया ना खिंचो ताड़ा। जो इच्छी सो फल पाएता गुर अंतरवाड़ा। गुर नानक तुठा पायरो हर वसदा नेड़ा। दखणे महला पंजवा जाम आवे चित तू ताहवे सुख लहो। नानक मनी मंज रकावला प्रीत जाना। महला पंजवा कपड़ भोग विकार ए हवे ही छार। खाक लुड़ता तन खे
पंजवा क्या तकै व्यापार कर भिड़े इकदार थियो संतन की रेण जित लभी सुख दातार पौड़ी बिन कर्मा हर जियो ना पाइए बिन सतगुरु मनुआ न लगा धर्म तीरा कलंदरे ए पापी भूल न तगा ऐ कर करे सो ऐ कर पाए एक कड़ी मुहत न लगा चार जुग मैं सोटिया उन संगत हंकार न पगा हाँ मैं मूल न छुटी वे साधु सत्संगा इचर खाना पावई जिचर साहिब स्यों मन पंगा जिन जन गुरमुख सेविया तिस कार दिवाण पक्का हर कृपा ते सुख पाया गुरु सतगुरु चरणी लगा दखणे महला पंजवा लोड़ी दो अब जाए सो मीरा मिरन सिर हट में जाओ सो तड़ी चौंदो मुख लाए महला पंजवा माणे को मोरे माओ दिना तड़ी अपा याओ महंगा ढंडड़ा मुखो सच अलाए महला पंजवा मोतिया सेज नैना प्री बिछावना जे देखा एक बार ता सुख की माहू बाहरे पौड़ी मान लो जय हर वीर को क्यों दर्शन पाया मैं लख बिड़ते साहिबा जे बिंद बुलाया मैं चारे कुंडा पालिया तुद जे बड़ना साइया मैं दस्यो मार्ग संतो क्यों प्रभु मिलाया मान अर्प्यो हाँ मैं तजो इत पंथ जुलाइया नित सेव्यो साहिब अपना सतसंग मिलाइया सबे आसा पूरिया गुर बेरे बुलाइया तुद जेवड़ होर न सुजी मेरे मित्र गुसाइया। हाँ जी, ਅਸੀਂ ਇਹਦੇ 'ਚ ਇਸ ਪੌੜੀ ਦੇ ਵਿੱਚ 12ਵੀਂ ਪੌੜੀ ਆ ਪਾਠ ਵੇਖ ਰਹੇ ਹਾਂ। ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਆਂ ਹੇ ਸਾਈਆਂ ਤੇਰੇ ਬਰਾਬਰ ਦਾ ਤੁਧ ਜੇਵੜ ਤੇਰੇ ਜਿੱਡਾ ਤੇਰੇ ਵਰਗਾ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਔਰ ਜਿਸ ਪੰਜਾਬ ਦੇ ਵਿੱਚ ਬਹਿ ਕੇ ਸਤਿਗੁਰੂ ਜੀ ਨੇ ਐਸੇ ਪਵਿੱਤਰ ਬੋਲ ਸਿਰਜੇ, ਜਿਸ ਧਰਤੀ ਤੇ ਸਾਨੂੰ ਇਹ ਬੋਲ ਬਖਸ਼ਿਸ਼ ਹੋਏ, ਅੱਜ ਉਸੇ ਧਰਤੀ ਤੇ ਰੰਗ ਬਰੰਗੇ ਸਾਈਂ ਸਿਰਜੇ ਜਾ ਰਹੇ ਆ। ਔਰ ਸਿਰਜਣ ਵਾਲੇ ਵੀ ਸਾਡੇ ਵਿੱਚੋਂ ਹੀ। ਔਰ ਸਾਡੀ ਬਦਕਿਸਮਤੀ ਆ ਕਿ ਅਸੀਂ ਇਹਨਾਂ ਰੰਗ ਬਰੰਗੇ ਵੰਨ ਸੁਵੰਨੇ ਸਾਈਆਂ ਦੀ ਉਸ ਭੀੜ ਦੇ ਵਿੱਚ ਸ਼ਾਮਲ ਹੁੰਦੇ ਜਾ ਰਹੇ ਆ, ਜਦ ਕਿ ਇਹੋ ਜਿਹੇ ਸਾਈਆਂ ਦਾ ਕੋਈ ਆਧਾਰ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਸਮਾਜ ਤੇ ਪਰਉਪਕਾਰ ਨਹੀਂ, ਕੁਝ ਸਮਾਜ ਲਈ ਕੱਖ ਵੀ ਨਹੀਂ ਕੀਤਾ। ਕੀ ਕੀਤਾ ਸਮਾਜ ਲਈ? ਕੋਈ ਦੇਣ ਤੋਂ ਕੱਖ ਨਹੀਂ ਹੈ। ਦੂਜਾ, ਗਾਉਣ ਵਾਲਿਆਂ ਦੀਆਂ ਭੀੜਾਂ ਨੇ ਉੱਥੇ ਭੀੜਾਂ ਇਹੋ ਜਿਹੀਆਂ ਬਣਾ ਦਿੱਤੀਆਂ, ਇਕੱਠੀਆਂ ਕਰ ਦਿੱਤੀਆਂ, ਜਿਵੇਂ ਇਦਾਂ ਕਹਿ ਲਓ ਨਾ ਕਿ ਸਾਡੀ ਪਾਲੀ ਬਿੱਲੀ ਸਾਨੂੰ ਹੀ ਮਿਆਉਂ ਕਰਦੀ ਹੈ, ਜਾਂ ਇਹ ਉਹ ਖੁੱਲੇ ਹੋਏ ਡੰਗਰ ਨੇ ਜਿਹੜੇ ਸਾਡੀਆਂ ਹੀ ਫਸਲਾਂ ਚੋਂ ਖਾਂਦੇ ਨੇ ਤੇ ਸਾਡੀਆਂ ਹੀ ਕੰਧਾਂ ਨਾਲ ਖੈਂਦੇ ਨੇ।
ਪੰਜਾਬ ਦਾ ਹੀ ਖਾ ਪੀ ਕੇ, ਸਿੱਖਾਂ ਦਾ ਹੀ ਖਾ ਪੀ ਕੇ ਤੇ ਸਿੱਖਾਂ ਦੀਆਂ ਹੀ ਕੰਧਾਂ ਰਵਾਇਤਾਂ, ਸਿੱਖਾਂ ਦੇ ਸੱਭਿਆਚਾਰ ਦੇ ਨਾਲ ਇਹ ਲਗਾਤਾਰ ਖਿੰਦੇ ਆ ਰਿਹਾ, ਭਾਵੇਂ ਉਹ ਸਾਡੇ ਡੇਰਿਆਂ ਦੇ ਸਾਧ ਹੋਣ ਤੇ ਭਾਵੇਂ ਆ ਜਿਹੜੇ ਸਾਡੇ ਪੰਜਾਬ ਦੇ ਵਿੱਚ ਅਖੌਤੀ ਸੱਭਿਆਚਾਰ ਦੇ ਨਾਂ ਤੇ ਗਾਇਕ ਹੋਣ। ਕੁਛ ਨਹੀਂ ਦੇ ਰਹੇ, ਪਰ ਸਾਡੀਆਂ ਭੀੜਾਂ ਉਸ ਪਾਸੇ ਨੂੰ। ਕੀ ਮੁਕਾਬਲਾ ਜੀ ਇਹਨਾਂ ਆ ਸਤਿਗੁਰੂ ਦੀ ਬਾਣੀ ਦਾ? ਕੋਈ ਮੁਕਾਬਲਾ ਹੈ ਕਿਸੇ ਥਾਂ ਤੇ? ਕਿਉਂ ਨਹੀਂ ਅਸੀਂ ਤਿਆਰ ਹੋ ਸਕੇ? ਕਿਉਂ ਨਹੀਂ ਸਾਡੇ ਮਨ ਤਿਆਰ ਹੋਏ? ਤਾਂ ਸਾਨੂੰ ਸਤਿਗੁਰੂ ਜੀ ਦੀ ਬਾਣੀ ਦਾ ਪੱਖ ਜਿਹੜਾ ਉਹ ਉੱਤੇ ਰੱਖਣਾ ਚਾਹੀਦਾ ਔਰ ਮਜ਼ਬੂਤ ਰੱਖਣਾ ਚਾਹੀਦਾ, ਤਾਂ ਕਿ ਕੋਈ ਵੀ ਇੱਧਰ ਉੱਧਰ ਦੀ ਗੱਲਬਾਤ ਜਿਹੜੀ ਆ ਉਹ ਸਾਡੇ ਜੀਵਨ ਵਿੱਚ ਵੀ, ਸਾਡੇ ਸਮਾਜ ਵਿੱਚ ਵੀ, ਆਲੇ ਦੁਆਲੇ 'ਚ ਕਿਤੇ ਵੀ ਇਦਾਂ ਦੀ ਗੱਲ ਨਾ ਵਾਪਰੇ। ਸੋ ਇਸ ਪੌੜੀ ਨੂੰ ਜਦੋਂ ਅਸੀਂ ਇਹ ਪੜ੍ਹ ਰਹੇ ਹਾਂ ਤਾਂ ਅਸੀਂ ਇਹਦੇ ਤੇ ਮਾਣ ਵੀ ਇਸ ਤਰ੍ਹਾਂ ਦਾ ਕਰ ਲਈਏ, ਤੁਧ ਜੀਵੜ ਹੋਰ ਨਾ ਸੁਝਈ ਮੇਰੇ ਮਿੱਤਰ ਗੁਸਾਈਆਂ। ਹੇ ਮੇਰੇ ਗੁਸਾਈ ਮਿੱਤਰ, ਤੇਰੇ ਬਰਾਬਰ ਦਾ ਮੈਨੂੰ ਕੋਈ ਹੋਰ ਸੁਝਦਾ ਹੀ ਨਹੀਂ, ਸੁਝਦਾ ਹੀ ਨਹੀਂ, ਔੜਦਾ ਹੀ ਨਹੀਂ, ਮੇਰੇ ਚੇਤੇ 'ਚ ਹੀ ਨਹੀਂ ਆ ਰਿਹਾ। ਤਾਂ ਜਿੱਥੇ ਉਹਦੇ ਬਰਾਬਰ ਤੇ ਕੋਈ ਨਹੀਂ ਆ ਰਿਹਾ, ਉੱਥੇ ਨਾਲ ਸ਼ਬਦ ਵਰਤਿਆ ਮੇਰੇ ਮਿੱਤਰ ਗੁਸਾਈਆਂ। ਮੇਰਿਆ ਮਿੱਤਰਾ, ਤੇਰੇ ਬਰਾਬਰ ਦਾ ਮੈਨੂੰ ਕੋਈ ਇੱਥੇ ਨਜ਼ਰ ਆਉਂਦਾ ਹੀ ਨਹੀਂ। ਤੇ ਇਹ ਭਾਵਨਾ, ਇਹ ਜਜ਼ਬਾ ਕਦੋਂ ਆਏਗਾ ਸਾਡੇ 'ਚ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ, ਅਕਾਲ ਪੁਰਖ ਜੀ ਦੇ ਬਰਾਬਰ ਸਾਨੂੰ ਹੋਰ ਕੁਝ ਵੀ ਪ੍ਰਵਾਨ ਨਹੀਂ ਹੈ। ਸੋ ਅੱਜ ਦੀ ਇਸ ਵਿਚਾਰ ਨੂੰ ਆਪਾਂ ਇੱਥੇ ਹੀ ਰੋਕ ਲੈਂਦੇ ਹਾਂ ਜੀ, ਇੱਥੇ ਹੀ ਬ੍ਰੇਕ ਕਰਦੇ ਹਾਂ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ। ਉਹ ਫਤਿਹ ਨਾਲ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।